ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ। ਜਿਵੇਂ ਕਿ ਆਪਾਂ ਇੱਥੇ ਰਾਜੇ ਪੰਜਾਬ ਜੀਕੇ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਔਰ ਬਹੁਤ ਵਧੀਆ ਢੰਗ ਨਾਲ ਆਪਾਂ ਕਵਰ ਕਰ ਰਹੇ ਹਾਂ ਪੰਜਾਬ ਜੀਕੇ ਨੂੰ। ਤੇ ਅੱਜ ਜਿਹੜੀਆਂ ਮੈਂ ਕਰਵਾਉਣ ਜਾ ਰਿਹਾ ਰਾਜੇ ਤੁਹਾਨੂੰ ਤਿੰਨ ਪ੍ਰਮੁੱਖ ਲਹਿਰਾਂ ਕਰਾਊਂਗਾ ਜਿਹੜੀਆਂ ਕਿ ਇਤਿਹਾਸ ਦੇ ਵਿੱਚ ਉਹਨਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ ਤੇ ਆਪਣੇ ਪੇਪਰਾਂ ਵਿੱਚ ਵੀ ਇਹਨਾਂ ਤੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਆ। ਤਾਂ ਚਲੋ ਜੀ ਵੀਡੀਓ ਆਪਾਂ ਕਰਦੇ ਹਾਂ ਸਟਾਰਟ। ਜਿਨ੍ਹਾਂ ਨੇ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਪਲੀਜ਼ ਉਹ ਦੇਖ ਕੇ ਫੇਰ ਆਇਓ, ਕਿਉਂਕਿ ਜੇ ਤੁਸੀਂ ਕੰਟੀਨਿਊਟੀ ਦੇ ਵਿੱਚ ਪੜ੍ਹੋਗੇ ਤਾਂ ਹੀ ਤੁਹਾਨੂੰ ਸਮਝ ਆਊਗਾ, ਕਿਉਂਕਿ ਇਹ ਮੈਂ ਤੁਹਾਨੂੰ ਡੇਟ ਵਾਈਜ਼ ਪੜ੍ਹਾ ਰਿਹਾ। ਲਾਸਟ ਟਾਈਮ ਆਪਾਂ ਕੀ ਕੀਤਾ ਸੀਗਾ, ਆਪਾਂ ਸਿੰਘ ਸਭਾ ਲਹਿਰ ਪੜ੍ਹੀ ਸੀਗੀ। ਇਸ ਤੋਂ ਬਾਅਦ ਜਿਹੜੀ ਅਗਲੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਰਾਜੇ ਉਹ ਆਉਂਦਾ ਗਦਰ ਲਹਿਰ ਦਾ। ਤਾਂ ਚਲੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਰਾਜੇ ਪਲੀਜ਼ ਮੇਰੀ ਇੱਕ ਰਿਕਵੈਸਟ ਹੈ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿਹੜੇ ਬੱਚੇ ਨਵੇਂ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਵੀਆਂ ਵੀਡੀਓ ਦੇਖਣ ਵਾਸਤੇ। ਤਾਂ ਗੱਲ ਕਰਦੇ ਹਾਂ ਜੀ ਗਦਰ ਲਹਿਰ ਦੀ। ਗਦਰ ਲਹਿਰ ਕਦੋਂ ਸ਼ੁਰੂ ਹੋਈ, ਕਿਹਨੇ ਸ਼ੁਰੂ ਕੀਤੀ, ਕਿਵੇਂ ਖਤਮ ਹੋਈ, ਇਹਦਾ ਕੀ ਕਾਰਨ ਬਣਿਆ ਤੇ ਕੀ ਇਹਦਾ ਯੋਗਦਾਨ ਹੈ ਇਤਿਹਾਸ ਦੇ ਵਿੱਚ। ਗੱਲ ਕਰਦੇ ਹਾਂ ਜੀ, ਜੇ ਮੈਂ ਗੱਲ ਕਰਾਂ ਗਦਰ ਸ਼ਬਦ ਦੀ ਗੱਲ ਕਰਾਂ ਵੀ ਗਦਰ ਜਿਹੜਾ ਸ਼ਬਦ ਹੈਗਾ ਰਾਜੇ ਇਹ ਇੱਕ ਅਰਬੀ ਤੋਂ ਬਣਿਆ ਸ਼ਬਦ ਹੈ ਤੇ ਉਰਦੂ ਭਾਸ਼ਾ ਦਾ ਸ਼ਬਦ ਹੈ ਜਿਹਦਾ ਮਤਲਬ ਹੁੰਦਾ ਬਗਾਵਤ ਜਾਂ ਵਿਦਰੋਹ। ਠੀਕ ਹੈ, ਤੁਹਾਨੂੰ ਪਤਾ ਹੀ ਹੈ ਕਿ ਉਸ ਟਾਈਮ ਕੀ ਹੋਇਆ। ਦੇਖੋ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਆਪਣੇ ਪੰਜਾਬ ਤੇ ਵੀ ਕਬਜ਼ਾ ਕਰ ਲਿਆ, ਭਾਰਤ ਤੇ ਚਲੋ ਪਹਿਲਾਂ ਕਬਜ਼ਾ ਹੋ ਗਿਆ ਸੀਗਾ। ਉਸ ਤੋਂ ਬਾਅਦ ਪੰਜਾਬ ਤੋਂ ਕਾਫੀ ਸਾਰੀਆਂ ਲਹਿਰਾਂ ਉੱਠੀਆਂ। ਠੀਕ ਹੈ, ਜਿਵੇਂ ਤੁਹਾਨੂੰ ਮੈਂ ਲਾਸਟ ਟਾਈਮ ਪੜ੍ਹਾ ਕੇ ਗਿਆ, ਨਿਰੰਕਾਰੀ ਲਹਿਰ ਪੜ੍ਹਾਈ ਹੈ, ਰਾਧਾ ਸਵਾਮੀ ਲਹਿਰ ਪੜ੍ਹਾਈ ਹੈ, ਠੀਕ ਹੈ, ਸਿੰਘ ਸਭਾ ਲਹਿਰ ਪੜ੍ਹਾਈ ਹੈ। ਤਾਂ ਹੁਣ ਜਿਹੜਾ ਅਗਲੀ ਲਹਿਰ ਹੈਗੀ ਹੈ ਰਾਜੇ ਇਹ ਸ਼ੁਰੂ ਹੋਊਗੀ ਗਦਰ ਲਹਿਰ ਤੇ ਇਹ ਬਾਹਰ ਹੋਊਗੀ, ਮਤਲਬ ਕਿ ਇੰਡੀਆ ਦੇ ਵਿੱਚ ਘੱਟ, ਫੋਰਨ ਦੇ ਵਿੱਚ ਜ਼ਿਆਦਾ ਹੋਊਗੀ। ਤਾਂ ਗੱਲ ਕਰਦੇ ਹਾਂ ਜੀ ਜਿਹੜਾ ਇਹ ਸ਼ਬਦ ਦਾ ਮਤਲਬ ਕੀ ਹੈ, ਇੱਕ ਤਰ੍ਹਾਂ ਦਾ ਬਗਾਵਤ ਕਹਿ ਸਕਦੇ ਹਾਂ ਆਪਾਂ, ਵਿਦਰੋਹ ਕਹਿ ਸਕਦੇ ਹਾਂ। ਅੱਗੇ ਗੱਲ ਕਰੀਏ ਰਾਜੇ ਜਿਹੜੀ ਗਦਰ ਲਹਿਰ ਹੈ, ਕਹਿੰਦਾ ਭਾਰਤ ਦੇ ਵਿੱਚ ਕਾਹਦੇ ਵਾਸਤੇ ਮਤਲਬ ਗਦਰ ਲਹਿਰ ਸ਼ੁਰੂ ਕਾਹਦੇ ਵਾਸਤੇ ਹੋਈ ਆ। ਜਿਹੜਾ ਭਾਰਤ ਦੇ ਵਿੱਚ ਆਪਾਂ ਗੁਲਾਮ ਸੀਗੇ, ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਵਾਸਤੇ ਭਾਰਤ ਨੂੰ ਉਸ ਆਦੇਸ਼ ਦੇ ਨਾਲ ਕੀ ਬਣਾਇਆ ਗਿਆ, ਇੱਕ ਸੰਗਠਨ ਸੀਗਾ ਗਦਰ। ਠੀਕ ਹੈ ਜੀ। ਤਾਂ ਨੈਕਸਟ ਗੱਲ ਕਰਦੇ ਹਾਂ ਰਾਜੇ ਆਪਾਂ, ਇਹ ਕਹਿੰਦਾ ਜਿਹੜਾ ਜਿਹੜਾ ਇਹ ਸੰਗਠਨ ਬਣਾਇਆ ਗਿਆ ਸੀ ਸਟਾਰਟਿੰਗ ਦੇ ਵਿੱਚ ਰਾਜੇ ਦਾ ਨਾਮ ਗਦਰ ਨਹੀਂ ਸੀਗਾ। ਬੇਸਿਕਲੀ ਜਿਹੜੇ ਅਮਰੀਕਾ ਤੇ ਕੈਨੇਡਾ ਦੇ ਜਿਹੜੇ ਭਾਰਤੀ ਸੀਗੇ ਉਹਨਾਂ ਨੇ 25 ਜੂਨ 1913 ਨੂੰ ਇੱਕ ਸੰਗਠਨ ਬਣਾਇਆ ਸੀਗਾ ਰਾਜੇ, ਜਿਸ ਤੋਂ ਇਹਦੀ ਸ਼ੁਰੂਆਤ ਹੁੰਦੀ ਹੈ ਗਦਰ ਲਹਿਰ ਦੀ। ਤਾਂ 25 ਜੂਨ 1913 ਦੇ ਵਿੱਚ ਇੱਕ ਸੰਗਠਨ ਬਣਾਇਆ ਜਾਂਦਾ। ਠੀਕ ਹੈ, ਇਸ ਸੰਗਠਨ ਤੋਂ ਬਾਅਦ ਰਾਜੇ ਇਹਦੇ ਵਿੱਚ ਇੱਕ ਹੋਰ ਸੰਗਠਨ ਹੋਣ ਦੇ ਵਿੱਚ ਆਉਂਦਾ ਹੈ ਜਿਹੜਾ 1912 ਦੇ ਵਿੱਚ ਬਣਾਇਆ ਗਿਆ ਸੀਗਾ ਤੇ ਜਿਹਦਾ ਬਾਅਦ ਦੇ ਵਿੱਚ ਨਾਮ ਬਦਲ ਕੇ ਗਦਰ ਪਾਰਟੀ ਜਾਂ ਗਦਰ ਲਹਿਰ ਪੈ ਜਾਂਦਾ ਹੈ। ਤਾਂ 1912 ਦੇ ਵਿੱਚ ਜਿਹੜਾ ਪ੍ਰਸ਼ਾਂਤ ਸਾਗਰ ਦੇ ਕਿਨਾਰੇ ਵਾਲੇ ਪਾਸੇ ਜਿਹੜੇ ਦੇਸ਼ ਸੀਗੇ ਉਹਦੇ ਵਿੱਚ ਜਿਹੜੇ ਲੋਕ ਰਹਿੰਦੇ ਸੀ ਆਪਣੇ ਹਿੰਦੁਸਤਾਨੀ, ਉਹਨਾਂ ਨੇ ਇੱਕ ਐਸੋਸੀਏਸ਼ਨ ਬਣਾਈ ਸੀ ਜਿਹਦਾ ਨਾਮ ਸੀਗਾ ਹਿੰਦੁਸਤਾਨੀ ਐਸੋਸੀਏਸ਼ਨ। ਠੀਕ ਹੈ, ਉਹਦੇ ਨਾਂ ਦਾ ਇੱਕ ਸੰਗਠਨ ਬਣਾਇਆ ਸੀ ਜਿਹਦਾ ਪ੍ਰਧਾਨ ਕੌਣ ਸੀਗਾ, ਬਾਬਾ ਸੋਹਣ ਸਿੰਘ ਭਕਨਾ। ਠੀਕ ਹੈ, ਇਹ ਯਾਦ ਰੱਖਣਾ। ਨੈਕਸਟ ਅਗਰ ਆਪਾਂ ਗੱਲ ਕਰੀਏ ਰਾਜੇ ਜਿਹੜੀ ਇਹ ਐਸੋਸੀਏਸ਼ਨ ਬਣਾਈ ਗਈ ਸੀ ਇਹਨੂੰ ਆਪਾਂ ਕਹਿੰਦੇ ਕੀ ਹੈ, ਆਪਾਂ ਇਹਨੂੰ ਕਹਿੰਦੇ ਆ ਜੀ ਹਿੰਦੁਸਤਾਨ ਐਸੋਸੀਏਸ਼ਨ ਆਫ ਦਾ ਪੈਸੀਫਿਕ ਕੋਸਟ। ਠੀਕ ਹੈ, ਇਹਨੂੰ ਆਪਾਂ ਕਿਹਾ ਜਾਂਦਾ ਸੀਗਾ ਇਸ ਦਾ ਨਾਮ। ਠੀਕ ਹੈ, ਪ੍ਰੋਪਰ ਨਾਮ ਕਈ ਵਾਰੀ ਪੁੱਛ ਲੈਂਦੇ ਐਗਜ਼ਾਮ ਦੇ ਵਿੱਚ, ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ 1912 ਵਿੱਚ ਬਣੀ ਸੀਗੀ। ਤੇ ਇਸ ਤੋਂ ਬਾਅਦ ਜਿਹੜੀ ਇਹ ਐਸੋਸੀਏਸ਼ਨ ਬਣੀ ਸੀ ਰਾਜੇ ਇਹਨਾਂ ਨੇ ਇੱਕ ਹਫ਼ਤਾਵਾਰੀ ਅਖਬਾਰ ਵੀ ਸ਼ੁਰੂ ਕੀਤਾ ਸੀਗਾ ਹਿੰਦੁਸਤਾਨ, ਜੋ ਕਿ ਉਰਦੂ ਭਾਸ਼ਾ ਦੇ ਵਿੱਚ ਛਪਦਾ ਸੀਗਾ। ਤੇ ਇਸ ਤੋਂ ਬਾਅਦ ਜਿਹੜੀ ਇਹ ਐਸੋਸੀਏਸ਼ਨ ਹੈ ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ, ਇਹ ਬਦਲ ਕੇ ਇਹਦਾ ਨਾਮ ਕੀ ਪੈ ਗਿਆ, ਗਦਰ। ਠੀਕ ਹੈ ਜੀ, ਇਸ ਸੰਗਠਨ ਦਾ ਨਾਮ ਕੀ ਪੈ ਗਿਆ, ਗਦਰ, ਜਿਹਨੂੰ ਆਪਾਂ ਗਦਰ ਪਾਰਟੀ ਦੇ ਨਾਮ ਵਜੋਂ ਵੀ ਜਾਣਦੇ ਹਾਂ। ਤੇ ਜਿਹਦਾ ਹੈੱਡਕੁਆਟਰ ਕਿਹਨੂੰ ਬਣਾਇਆ ਗਿਆ, ਸੈਨ ਫਰਾਂਸਿਸਕੋ, ਜਿਹੜਾ ਕਿ ਅਮਰੀਕਾ ਦੇ ਵਿੱਚ ਹੈ। ਠੀਕ ਹੈ, ਇਹਦਾ ਮੇਨ ਮਤਲਬ ਹੈੱਡਕੁਆਟਰ ਸੀਗਾ, ਇਹ ਯਾਦ ਰੱਖਣਾ। ਪੇਪਰ ਦੇ ਵਿੱਚ 101% ਇਹਦਾ ਹੈੱਡਕੁਆਟਰ ਹੀ ਪੁੱਛਿਆ ਜਾਂਦਾ ਹੁੰਦਾ। ਠੀਕ ਹੈ ਜੀ, ਸੈਨ ਫਰਾਂਸਿਸਕੋ ਅਮਰੀਕਾ ਦੇ ਵਿੱਚ। ਤੇ ਇਸ ਤੋਂ ਇਲਾਵਾ ਇਹਦੀਆਂ ਕੈਨੇਡਾ ਹੋ ਗਿਆ, ਯੂਰਪ ਹੋ ਗਿਆ, ਉਸ ਸਾਈਡ ਵੀ ਇਹਦੀਆਂ ਕਾਫੀ ਸਾਰੀਆਂ ਜਿਹੜੀਆਂ ਸੀਗੀਆਂ ਮਤਲਬ ਕਿ ਬ੍ਰਾਂਚਿਸ ਸੀਗੀਆਂ ਉਹ ਓਪਨ ਹੋਈਆਂ। ਠੀਕ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਇਹਦੇ ਵਿੱਚ ਇੱਕ ਹਫ਼ਤਾਵਾਰੀ ਅਖਬਾਰ ਸ਼ੁਰੂ ਕੀਤਾ ਗਿਆ ਸੀਗਾ ਜਿਹਦਾ ਨਾਮ ਸੀਗਾ ਗਦਰ। ਠੀਕ ਹੈ, ਗਦਰ ਅਖਬਾਰ ਸ਼ੁਰੂ ਕੀਤਾ ਗਿਆ ਸੀਗਾ, ਜਿਹਦੇ ਨਾਲ ਅੱਗੇ ਆਪਾਂ ਇਸ ਤੋਂ ਬਾਅਦ ਜਿਹੜੀ ਵੀਡੀਓਜ਼ ਆਉਣਗੀਆਂ ਉਹਦੇ ਵਿੱਚ ਪੜਾਂਗੇ ਕਰਤਾਰ ਸਿੰਘ ਸਰਾਭਾ ਜੀ ਬਾਰੇ, ਜਿਹੜੇ ਕਿ ਇਸ ਅਖਬਾਰ ਦੇ ਨਾਲ ਸੰਬੰਧਿਤ ਨੇ। ਤਾਂ ਗਦਰ ਅਖਬਾਰ ਸ਼ੁਰੂ ਕੀਤਾ ਗਿਆ, ਇਹ ਹਫ਼ਤਾਵਾਰੀ ਅਖਬਾਰ ਸੀਗਾ। ਇਹ ਉਰਦੂ ਦੇ ਵਿੱਚ, ਪੰਜਾਬੀ, ਹਿੰਦੀ, ਠੀਕ ਹੈ, ਮਰਾਠੀ ਤੇ ਹੋਰ ਭਾਸ਼ਾਵਾਂ ਦੇ ਵਿੱਚ ਕੀ ਕੀਤਾ ਗਿਆ, ਸ਼ੁਰੂ ਕੀਤਾ ਗਿਆ। ਤਾਂ ਇਹਦੇ ਜਿਹੜੇ ਮੁੱਖ ਸੰਪਾਦਕ ਸੀਗੇ, ਠੀਕ ਹੈ, ਐਡੀਟਰ ਸੀਗੇ, ਕੌਣ ਸੀਗੇ, ਲਾਲਾ ਹਰਦਿਆਲ ਜੀ। ਠੀਕ ਹੈ ਜੀ। ਤਾਂ ਲਾਲਾ ਹਰਦਿਆਲ ਜੀ ਬੇਸਿਕਲੀ ਯੂਐਸਏ ਦੇ ਵਿੱਚ ਇੱਕ ਯੂਨੀਵਰਸਿਟੀ ਸੀਗੀ, ਉੱਥੇ ਅਧਿਆਪਕ ਸੀਗੇ, ਪ੍ਰੋਫੈਸਰ ਸੀਗੇ। ਠੀਕ ਹੈ, ਤਾਂ ਇਸ ਅਖਬਾਰ ਦੇ ਮੁੱਖ ਸੰਪਾਦਕ ਕਹਿ ਲਓ, ਐਡੀਟਰ ਕਹਿ ਲਓ, ਇਹ ਸੀਗੇ ਲਾਲਾ ਹਰਦਿਆਲ, ਯਾਦ ਰੱਖਣਾ। ਠੀਕ ਹੈ, ਤੇ ਹਫ਼ਤਾਵਾਰੀ ਅਖਬਾਰ ਸੀਗਾ ਦਾ ਨਾਮ ਸੀਗਾ ਗਦਰ। ਅਗਰ ਹੁਣ ਆਪਾਂ ਇਹਦੇ ਰਿਲੇਟਡ, ਵੈਸੇ ਤਾਂ ਇਹ ਬਹੁਤ ਲੰਬੀ ਚੌੜੀ ਕਹਾਣੀ ਹੈ, ਚਲੋ ਮੈਂ ਤੁਹਾਨੂੰ ਬਿਲਕੁਲ ਸ਼ਾਰਟ ਦੇ ਵਿੱਚ ਕਰਕੇ ਦੱਸੀ ਹੈ, ਬਟ ਜਿਹੜਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਪੁੱਛਦੇ ਕੀ ਹੈ, ਤੁਹਾਨੂੰ ਜਿਹੜੀ ਮੇਨ ਚੀਜ਼ਾਂ ਪੁੱਛਣਗੇ ਰਾਜੇ, ਪਹਿਲੀ ਗੱਲ ਤਾਂ ਇਹ ਪੁੱਛਦੇ ਹੁੰਦੇ ਆ ਵੀ ਗਦਰ ਪਾਰਟੀ ਫਾਊਂਡ ਕਿਹਨੇ ਕੀਤੀ ਹੈ ਰਾਜੇ। ਇਹ 1913 ਦੇ ਵਿੱਚ ਲਾਲਾ ਹਰਦਿਆਲ ਨੇ ਫਾਊਂਡ ਕੀਤੀ ਹੈ। ਬਟ ਜੇ ਮੈਂ ਗੱਲ ਕਰਾਂ ਇਹਦੇ ਪਹਿਲੇ ਪ੍ਰਧਾਨ ਕੌਣ ਬਣੇ ਆ, ਤਾਂ ਆਪਣੇ ਦੇ ਪਹਿਲੇ ਪ੍ਰਧਾਨ ਬਣੇ ਆ ਸੋਹਣ ਸਿੰਘ ਭਕਨਾ ਜੀ। ਠੀਕ ਹੈ, ਤਾਂ ਕਈ ਵਾਰੀ ਆਪਸ਼ਨ ਦੇ ਅਕੋਰਡਿੰਗ ਆਨਸਰ ਲਾਉਣਾ ਪੈਂਦਾ ਆਪਾਂ ਨੂੰ। ਠੀਕ ਹੈ, ਤਾਂ ਉੱਥੇ ਆਨਸਰ ਦੇਖ ਕੇ ਲਾਉਣਾ ਤੁਸੀਂ। ਤਾਂ ਸੈਕੰਡ ਜਿਹੜੀ ਗੱਲ ਹੈਗੀ ਰਾਜੇ, ਇਹ ਜਿਹੜਾ ਇਹਦਾ ਕੈਸ਼ੀਅਰ ਕੌਣ ਸੀਗਾ, ਇਹਦਾ ਇੱਕ ਕੈਸ਼ੀਅਰ ਇੱਕ ਬੰਦਾ ਸੀਗਾ ਪੰਡਿਤ ਕਾਂਸ਼ੀ ਰਾਮ। ਠੀਕ ਹੈ, ਇਹਦਾ ਮਤਲਬ ਕਿ ਮੈਂਬਰ ਸੀਗਾ ਇਸ ਪਾਰਟੀ ਦਾ, ਬਟ ਉਹ ਕੈਸ਼ੀਅਰ ਦੀ ਪੋਸਟ ਵੀ ਕੀ ਕਰਦਾ ਸੀ, ਸੰਭਾਲਦਾ ਸੀਗਾ।
ਇਸ ਤੋਂ ਇਲਾਵਾ ਇਤਿਹਾਸ ਦੇ ਵਿੱਚ ਦੋ ਬੰਦਿਆਂ ਦਾ ਜ਼ਿਕਰ ਆਉਂਦਾ ਜਿਹੜੇ ਗਦਰੀ ਮੈਂਬਰ ਹੁੰਦੇ, ਇਹਨਾਂ ਨੂੰ ਗਦਰੀ ਮੈਂਬਰ ਕਿਹਾ ਜਾਂਦਾ ਸੀ, ਕਰਤਾਰ ਸਿੰਘ ਸਰਾਭਾ ਜੀ ਤੇ ਇੱਕ ਸੋਹਣ ਸਿੰਘ ਭਕਨਾ ਜੀ। ਠੀਕ ਹੈ, ਬਸ ਇੰਨਾ ਕੁ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਗਦਰ ਲਹਿਰ। ਤਾਂ ਇਸ ਤੋਂ ਬਾਅਦ ਹੁੰਦਾ ਕੀ ਹੈ ਰਾਜੇ, ਇਹ ਗਦਰ ਲਹਿਰ ਜਿਹੜੀ ਹੈਗੀ ਆ ਹੌਲੀ ਹੌਲੀ ਸਮਾਪਤ ਹੋ ਜਾਂਦੀ ਹੈ। ਇਹਦਾ ਕਾਰਨ ਕੀ ਬਣਦਾ ਰਾਜੇ? ਇਹਦਾ ਕਾਰਨ ਇਹ ਬਣਦਾ, ਕਹਿੰਦਾ ਜੀ ਜਦੋਂ 1914 ਦੇ ਵਿੱਚ ਪਹਿਲੇ ਵਿਸ਼ਵ ਯੁੱਧ ਸ਼ੁਰੂ ਹੁੰਦਾ, ਠੀਕ ਹੈ, ਉਸ ਤੋਂ ਬਾਅਦ ਕਹਿੰਦਾ ਜੀ ਗਦਰ ਪਾਰਟੀ ਦੇ ਕੁਝ ਜਿਹੜੇ ਮੈਂਬਰ ਹੁੰਦੇ ਆ, ਕਹਿੰਦਾ ਭਾਰਤ ਦੀ ਆਜ਼ਾਦੀ ਵਾਸਤੇ ਹਥਿਆਰਬੰਦ ਇਨਕਲਾਬ ਨੂੰ ਭੜਕਾਉਣ ਵਾਸਤੇ ਪੰਜਾਬ ਵਾਪਸ ਪਰਤਦੇ ਆ। ਕਹਿਣ ਦਾ ਮਤਲਬ ਕਿਵੇਂ, ਇੱਕ ਗਰਮ ਦਲੀਏ ਸੀਗੇ, ਇੱਕ ਕੀ ਹੈ ਨਰਮ ਦਲੀਏ ਸੀਗੇ, ਹਨਾ। ਗਰਮ ਦਲੀਏ ਜਿਵੇਂ ਭਗਤ ਸਿੰਘ ਜੀ ਵਗੈਰਾ ਜਿਹੜੇ ਆਪਣੇ ਆਜ਼ਾਦੀ ਵਾਸਤੇ ਲੜੇ ਨੇ, ਇਹ ਹਥਿਆਰਬੰਦ ਸੰਘਰਸ਼ ਦੇ ਵਿੱਚ ਵਿਸ਼ਵਾਸ ਰੱਖਦੇ ਸੀਗੇ। ਤਾਂ ਇਹ ਉੱਥੇ ਆ ਗਏ, ਵਾਪਸ ਆ ਗਏ ਇੰਡੀਆ ਦੇ ਵਿੱਚ, ਕੁਝ ਬੰਦੇ ਆ ਗਏ ਇਹਨਾਂ ਦੇ ਗਦਰੀ ਮੈਂਬਰ। ਤਾਂ ਇਹਨਾਂ ਨੇ ਕਹਿੰਦਾ ਜੀ ਭਾਰਤ ਦੇ ਵਿੱਚ ਹਥਿਆਰਾਂ ਦੀ ਤਸਕਰੀ ਕੀਤੀ ਤੇ ਭਾਰਤੀ ਜਿਹੜੀ ਫੌਜ ਸੀਗੀ ਜਿਹੜੀ ਕਿ ਅੰਗਰੇਜ਼ਾਂ ਵਾਸਤੇ ਲੜਦੀ ਸੀ, ਉਹਨਾਂ ਨੂੰ ਅੰਗਰੇਜ਼ਾਂ ਦੇ ਵਿਰੁੱਧ ਬਗਾਵਤ ਕਰਨ ਵਾਸਤੇ ਕੀ ਕੀਤਾ, ਇਹਨਾਂ ਨੇ ਉਕਸਾਇਆ। ਠੀਕ ਹੈ ਜੀ, ਤੇ ਇਸੇ ਕਰਕੇ ਕੀ ਹੋਇਆ ਜੀ, ਇਸ ਕਰਕੇ ਜਿਹੜਾ ਇਹ ਵਿਦਰੋਹ ਹੈਗਾ ਗਦਰ ਵਿਦਰੋਹ, ਇਹ ਸਫਲ ਹੋ ਗਿਆ, ਕਿਉਂਕਿ ਇਹਦੇ ਵਿੱਚ ਕੀ ਹੋ ਗਿਆ ਕਿ ਬਹੁਤ ਸਾਰੇ ਬੰਦੇ ਕੀ ਹੋ ਗਏ, ਬਾਗੀ ਹੋ ਗਏ ਸੀਗੇ। ਤੇ ਲਾਹੌਰ ਦੇ ਵਿੱਚ ਜਿਹੜਾ ਲਾਹੌਰ ਦਾ ਜਿਹੜਾ ਸਾਜ਼ਿਸ਼ ਕੇਸ ਹੈਗਾ, ਉਹਦੀ ਸੁਣਵਾਈ ਹੋਈ, ਜਿਹਦੇ ਵਿੱਚ ਇਹਦੇ ਵਿੱਚ 42 ਜਿਹੜੇ ਬੰਦੇ ਸੀਗੇ ਉਹਨਾਂ ਨੂੰ ਕੀਤੀ ਗਈ, ਫਾਂਸੀ ਦਿੱਤੀ ਗਈ। ਤਾਂ ਇਸੇ ਕਰਕੇ ਹੌਲੀ ਹੌਲੀ ਕੀ ਹੋ ਗਿਆ ਜੀ, ਇਹ ਇੰਨਾ ਸਫਲ ਨਹੀਂ ਹੋਇਆ ਤੇ ਇਹ ਅਸਫਲ ਹੋ ਗਿਆ। ਚਲੋ ਇਹਦੇ ਬਾਰੇ ਆਪਾਂ ਇੰਨਾ ਕੁ ਪੜ੍ਹਨਾ। ਤਾਂ ਇਹ ਚੀਜ਼ ਤੁਸੀਂ ਯਾਦ ਰੱਖਣੀ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕੀ ਯਾਦ ਰੱਖਣਾ, ਬਸ ਜੋ ਤੁਹਾਨੂੰ ਮੈਂ ਪੜ੍ਹਾਇਆ। ਗਦਰ ਪਾਰਟੀ ਦਾ ਫਾਊਂਡਰ ਹੋ ਗਿਆ, ਠੀਕ ਹੈ ਜੀ, ਇਹਦਾ ਆਪਣਾ ਕੈਸ਼ੀਅਰ ਹੋ ਗਿਆ, ਤੇ ਇਹਦੇ ਜਿਹੜੇ ਸਪੋਰਟਡ ਮੈਂਬਰ ਕਿਹੜੇ ਕਿਹੜੇ ਆ, ਕਰਤਾਰ ਸਿੰਘ ਸਰਾਭਾ ਤੇ ਸੋਹਣ ਸਿੰਘ ਭਕਨਾ ਜੀ ਆ, ਇਹ ਯਾਦ ਰੱਖ ਲੈਣਾ। ਨੈਕਸਟ ਅਗਰ ਆਪਾਂ ਗੱਲ ਕਰਦੇ ਹਾਂ, ਇਸ ਤੋਂ ਬਾਅਦ ਗਦਰ ਪਾਰਟੀ ਤੋਂ ਬਾਅਦ ਇੱਕ ਹੋਰ ਇਤਿਹਾਸਿਕ ਘਟਨਾ ਆਉਂਦੀ ਹੈ ਆਪਣੇ ਕੋਲੇ, ਕਾਮਾ ਗਾਟਾ ਮਾਰੂ ਦੀ ਘਟਨਾ। ਠੀਕ ਹੈ, ਜਿਵੇਂ ਆ ਦੇਖੋ 1913 ਦੇ ਵਿੱਚ ਇਹ ਸ਼ੁਰੂ ਹੋਈ ਸੀਗੀ ਆਪਣੀ ਗਦਰ ਲਹਿਰ, ਤੇ ਇਹਦੇ ਦੌਰਾਨ ਹੀ ਇੱਕ ਘਟਨਾ ਹੁੰਦੀ ਹੈ ਕਾਮਾ ਗਾਟਾ ਮਾਰੂ, ਇਹ 1914 ਦੇ ਵਿੱਚ ਹੁੰਦੀ ਹੈ। ਠੀਕ ਹੈ, ਕਹਿਣ ਦਾ ਮਤਲਬ ਕਿ ਇਸ ਘਟਨਾ ਤੋਂ ਬਾਅਦ ਹੌਲੀ ਹੌਲੀ ਹਜੇ ਠੰਡਾ ਹੀ ਹੋਈ ਸੀ ਘਟਨਾ, ਤਾਂ ਇੱਕ ਹੋਰ ਘਟਨਾ ਹੁੰਦੀ ਹੈ ਜਿਹਦੇ ਕਰਕੇ ਕੀ ਆ, ਬਗਾਵਤ ਫੇਰ ਫੈਲ ਜਾਂਦੀ ਹੈ। ਤਾਂ ਗੱਲ ਕਰਦੇ ਹਾਂ ਜੀ ਕਾਮਾ ਗਾਟਾ ਮਾਰੂ ਦੀ ਘਟਨਾ ਦੇ ਬਾਰੇ। ਕਾਮਾ ਗਾਟਾ ਮਾਰੂ ਘਟਨਾ ਜਿਹੜੀ ਹੁੰਦੀ ਹੈ ਰਾਜੇ, ਇਹਦੇ ਵਿੱਚ ਬੇਸਿਕਲੀ ਕੈਨੇਡਾ ਸਰਕਾਰ ਦਾ ਹੱਥ ਹੁੰਦਾ ਹੈ। ਕੈਨੇਡਾ ਸਰਕਾਰ ਨੇ ਕਹਿੰਦੇ ਇੱਕ ਕਾਨੂੰਨ ਪਾਸ ਕਰ ਦਿੰਦੀ ਹੈ। ਕਾਨੂੰਨ ਕੀ ਪਾਸ ਕਰਦੀ ਹੈ, ਕਹਿੰਦੀ ਜੀ ਦੇਖੋ ਹੁੰਦਾ ਕੀ ਆ, ਜਦੋਂ ਗਦਰ ਲਹਿਰ ਹੁੰਦੀ ਹੈ, ਗਦਰ ਲਹਿਰ ਤੋਂ ਪਹਿਲਾਂ ਜਿਹੜੇ ਆਪਣੇ ਜ਼ਿਆਦਾਤਰ ਜਿਹੜੇ ਰਿਟਾਇਰਡ ਫੌਜੀ ਹੁੰਦੇ ਆ ਆਰਮੀ ਦੇ, ਜਿਨ੍ਹਾਂ ਨੇ ਅੰਗਰੇਜ਼ਾਂ ਵਾਸਤੇ ਕੰਮ ਕੀਤਾ ਹੁੰਦਾ ਹੈ, ਤਾਂ ਉਹ ਮਤਲਬ ਕਿਸੇ ਸੇਫ ਜਗ੍ਹਾ ਤੇ ਜਾਣਾ ਚਾਹੁੰਦੇ, ਉਹਨਾਂ ਨੂੰ ਪਤਾ ਵੀ ਹਿੰਦੁਸਤਾਨ ਤੇ ਕੀ ਹੋ ਰਿਹਾ, ਕਬਜ਼ਾ ਹੋ ਰਿਹਾ, ਤਾਂ ਉਹ ਹਮੇਸ਼ਾ ਟਾਰਗੇਟ ਕਰਦੇ, ਉਹਨਾਂ ਨੂੰ ਕੈਨੇਡਾ ਬਿਲਕੁਲ ਸੇਫ ਲੱਗਦਾ, ਤਾਂ ਹੌਲੀ ਹੌਲੀ ਉਹ ਕੈਨੇਡਾ ਵੱਲ ਜਾਣਾ ਮੂਵ ਕਰ ਦਿੰਦੇ ਆ, ਸ਼ੁਰੂ ਕਰ ਦਿੰਦੇ ਆ। ਤਾਂ ਕਹਿੰਦਾ ਪਰ ਕੈਨੇਡਾ ਸਰਕਾਰ ਨੇ ਕੀ ਕੀਤਾ, ਇੱਕ ਨਵਾਂ ਕਾਨੂੰਨ ਪਾਸ ਕਰ ਦਿੰਦੇ ਆ, ਕਹਿੰਦੇ ਜੀ ਉਹ ਸਿਰਫ ਜਿਹੜਾ ਸਿੱਧਾ ਕੈਨੇਡਾ ਆਊਗਾ, ਜਿਹੜਾ ਡਾਇਰੈਕਟ ਕੈਨੇਡਾ ਆਊਗਾ, ਸਿਰਫ ਉਸੇ ਮੁਸਾਫਰਾਂ ਨੂੰ ਕੀ ਆ ਕੈਨੇਡਾ ਵਿੱਚ ਉਤਰਨ ਦੀ ਇਜਾਜ਼ਤ ਦਿੱਤੀ ਜਾਊਗੀ। ਅਦਰਵਾਈਜ਼ ਜਿਹੜਾ ਟੁੱਟਵਾਂ ਆਊਗਾ ਜਾਂ ਕੋਈ USA ਦੇ ਵਿੱਚੋਂ ਲੰਘ ਕੇ ਆਊਗਾ ਜਾਂ ਫਲਾਣੇ ਥਾਂ ਤੋਂ ਲੰਘ ਕੇ ਆਊਗਾ, ਉਹਨੂੰ ਇਜਾਜ਼ਤ ਨਹੀਂ ਸੀਗੀ। ਜਿਹੜਾ ਡਾਇਰੈਕਟ ਆਊਗਾ ਉਹਨੂੰ ਹੀ ਇਜਾਜ਼ਤ ਮਿਲੂਗੀ। ਤਾਂ ਇਸੇ ਕਰਕੇ ਕੀ ਹੁੰਦਾ ਜੀ, ਇਸੇ ਕਰਕੇ ਜਿਹੜੇ ਆਪਣੇ ਬਾਬਾ ਗੁਰਦਿੱਤ ਸਿੰਘ ਜੀ ਹੈ, ਠੀਕ ਹੈ ਜੀ, ਜਿਹੜੇ ਗੁਰਦਿੱਤ ਸਿੰਘ ਸਰਹਾਲੀ ਉਹਨਾਂ ਦਾ ਨਾਮ ਹੈ, ਠੀਕ ਹੈ, ਉਹ ਕੀ ਕਰਦੇ ਆ, ਇੱਕ ਜਾਪਾਨੀ ਜਿਹੜਾ ਸਮੁੰਦਰੀ ਜਹਾਜ਼ ਹੁੰਦਾ ਜਿਹਨੂੰ ਸਟੀਮ ਲਾਈਨਰ ਕਹਿੰਦੇ ਆਪਾਂ, ਇਹ ਵੀ ਕੁਐਸਚਨ ਪੁੱਛ ਲੈਂਦੇ ਆ ਕਿ ਜਿਹੜਾ ਕਾਮਾ ਗਾਟਾ ਮਾਰੂ ਆ ਇੱਕ ਕਿਹੜਾ ਜਹਾਜ਼ ਸੀਗਾ, ਤਾਂ ਭਾਫ ਨਾਲ ਚੱਲਣ ਵਾਲਾ ਜਹਾਜ਼ ਸੀ ਜਿਹਨੂੰ ਆਪਾਂ ਸਟੀਮ ਲਾਈਨਰ ਬੋਲਦੇ ਹਾਂ। ਠੀਕ ਹੈ, ਇਹ ਵੀ ਕੁਐਸਚਨ ਆਇਆ ਸੀ ਇੱਕ ਵਾਰੀ ਐਗਜ਼ਾਮ ਦੇ ਵਿੱਚ। ਤਾਂ ਗੁਰਦਿੱਤ ਸਿੰਘ ਸਰਹਾਲੀ ਨੇ ਕਹਿੰਦਾ ਇੱਕ ਜਾਪਾਨੀ ਸਮੁੰਦਰੀ ਜਹਾਜ਼ ਸੀ ਜਿਹੜਾ ਕਾਮਾ ਗਾਟਾ ਮਾਰੂ, ਉਹ ਕਿਰਾਏ ਤੇ ਲੈ ਲਿਆ। ਠੀਕ ਹੈ ਜੀ, ਕਿਰਾਏ ਤੇ ਤਾਂ ਲੈ ਲਿਆ ਕਿ ਇਹਦਾ ਕਾਰਨ ਕੀ ਸੀਗਾ ਤੁਹਾਨੂੰ ਮੈਂ ਦੱਸਦਾ, ਕਿਰਾਏ ਤੇ ਲੈਣ ਦਾ ਕਾਰਨ ਕੀ ਸੀਗਾ, ਅੱਗੇ ਜਾ ਕੇ ਤੁਹਾਨੂੰ ਮੈਂ ਦੱਸਦਾ ਕੀ ਚੱਕਰ ਹੈ। ਤਾਂ ਇਹ ਮਤਲਬ ਕਿ ਕਿਰਾਏ ਤੇ ਲੈ ਲਿਆ ਕਿ ਡਾਇਰੈਕਟ ਆਪਾਂ ਕੀ ਆ ਬੰਦਿਆਂ ਨੂੰ ਡਾਇਰੈਕਟ ਪਹੁੰਚਾ ਸਕੀਏ ਕੈਨੇਡਾ, ਵੀ ਰਸਤੇ ਦੇ ਵਿੱਚ ਕੋਈ ਅੜਚਨ ਨਾ ਆਵੇ, ਇਹ ਜਹਾਜ਼ ਡਾਇਰੈਕਟ ਜਾਊਗਾ ਇੰਡੀਆ ਟੂ ਕੈਨੇਡਾ ਜਾਊਗਾ। ਤਾਂ ਅੱਗੇ ਅਗਰ ਆਪਾਂ ਗੱਲ ਕਰੀਏ ਜੀ, ਆਹ ਬਾਬਾ ਗੁਰਦਿੱਤ ਸਿੰਘ ਜੀ ਦੀ ਫੋਟੋ ਹੈ ਪੁਰਾਣੀ, ਠੀਕ ਹੈ ਜੀ, ਕਲੀਅਰ ਹੈ, ਤਾਂ ਇਹਨਾਂ ਦੇ ਦਰਸ਼ਨ ਕਰ ਲਓ ਬਾਬਾ ਗੁਰਦਿੱਤ ਸਿੰਘ ਜੀ ਦੇ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਜਿਹੜਾ ਕਾਮਾ ਗਾਟਾ ਮਾਰੂ ਇੱਕ ਜਾਪਾਨੀ ਸਟੀਮ ਲਾਈਨਰ ਸ਼ਿਪ ਸੀਗਾ, ਜਿਹਦਾ ਨਾਮ ਬਦਲ ਕੇ ਬਾਅਦ ਦੇ ਵਿੱਚ ਨਾਨਕ ਨਾਮ ਜਹਾਜ਼ ਰੱਖਿਆ ਗਿਆ ਸੀਗਾ। ਇਹ ਵੀ ਯਾਦ ਰੱਖਣਾ ਕਿ ਇਹਦਾ ਨਾਮ ਬਦਲ ਕੇ ਕੀ ਰੱਖਿਆ ਗਿਆ ਸੀਗਾ, ਨਾਨਕ ਨਾਮ ਜਹਾਜ਼ ਰੱਖਿਆ ਗਿਆ ਸੀਗਾ। ਤਾਂ ਆਹ ਹੈਗਾ ਜੀ ਉਸ ਜਹਾਜ਼ ਦੀ ਫੋਟੋ, ਜਿਹਦੇ ਉੱਪਰ ਕਿੰਨੇ ਸਵਾਰ ਨੇ ਆਪਣੇ, ਇਹਦੇ ਵਿੱਚ ਸਿੱਖ ਭਾਈ ਵੀ ਸੀਗੇ, ਹਿੰਦੂ ਵੀ ਸੀਗੇ ਤੇ ਮੁਸਲਿਮ ਵੀ ਸੀਗੇ। ਠੀਕ ਹੈ ਜੀ, ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਗੱਲ ਇਹ ਹੁੰਦੀ ਹੈ ਜੀ, ਦੇਖੋ ਇਹ ਜਿਹੜਾ ਜਹਾਜ਼ ਲਿਆ ਜਾਂਦਾ ਹੈ ਬਾਬਾ ਜੀ ਵੱਲੋਂ, ਇਹ ਹਾਂਗਕਾਂਗ ਤੋਂ ਲਿਆ ਜਾਂਦਾ ਹੈ। ਹਾਂਗਕਾਂਗ ਦੇ ਵਿੱਚ ਕੀ ਹੁੰਦਾ ਕਿ ਬਾਬਾ ਜੀ ਉੱਥੇ ਮਤਲਬ ਕਿ ਇੱਕ ਵਪਾਰੀ ਤੌਰ ਤੇ ਕੰਮ ਕਰਦੇ ਹੁੰਦੇ ਆ, ਤੇ ਉੱਥੇ ਦੇਖਦੇ ਆ ਕਿ ਜਿਹੜੇ ਬੰਦੇ ਕੈਨੇਡਾ ਜਾ ਰਹੇ ਨੇ ਉਹਨਾਂ ਦੀ ਬੜੀ ਮਤਲਬ ਕਿ ਦੁਰਦਸ਼ਾ ਹੁੰਦੀ ਆ, ਮਤਲਬ ਕਹਿਣ ਦਾ ਮਤਲਬ ਉਹਨਾਂ ਨੂੰ ਬੜਾ ਮਤਲਬ ਜਲੀਲ ਕੀਤਾ ਜਾਂਦਾ ਹੈ ਉੱਥੇ ਜਾਣ ਵਾਸਤੇ। ਤਾਂ ਇਹ ਚੀਜ਼ ਨਾ ਦੇਖਦੇ ਹੋਏ, ਨਾ ਸਹਾਰਦੇ ਹੋਏ, ਉਹਨਾਂ ਨੇ ਇਹ ਫੈਸਲਾ ਕੀਤਾ ਕਿ ਮੈਂ ਆਪਣੇ ਖਰਚੇ ਤੇ ਲੈ ਕੇ ਜਾਊਂਗਾ ਇਹ ਬੰਦਿਆਂ ਨੂੰ ਡਾਇਰੈਕਟ ਕਿੱਥੇ, ਕੈਨੇਡਾ। ਤਾਂ ਬਾਬਾ ਜੀ ਨੇ ਕਹਿੰਦੇ ਜੀ 1914 ਵਿੱਚ ਇਹ ਜਹਾਜ਼ ਕਿੱਥੋਂ ਖਰੀਦਿਆ, ਹਾਂਗਕਾਂਗ ਤੋਂ ਖਰੀਦਿਆ, ਵੀ ਯਾਦ ਰੱਖਣਾ ਕਿਰਾਏ ਤੇ ਲੈ ਲਿਆ ਮਤਲਬ। ਤੇ ਇਸ ਦਾ ਜਿਹੜਾ ਕੈਪਟਨ ਸੀਗਾ ਰਾਜੇ, ਇਹ ਵੀ ਯਾਦ ਰੱਖਣਾ, ਇਹਦਾ ਕੈਪਟਨ ਸੀਗਾ ਟੀ ਜਮਾਟੋ। ਠੀਕ ਹੈ, ਟੀ ਜਮਾਟੋ ਦਾ ਕੈਪਟਨ ਸੀਗਾ, ਇਹ ਯਾਦ ਰੱਖਣਾ, ਇਹ ਪੁੱਛਿਆ ਜਾਂਦਾ ਹੁੰਦਾ ਐਗਜ਼ਾਮ ਦੇ ਵਿੱਚ। ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ, ਕਹਿੰਦੇ ਜੀ 1914 ਦੇ ਵਿੱਚ ਇਹ ਲੈ ਲਿਆ ਜਹਾਜ਼ ਲੈ ਕੇ ਇਹਨਾਂ ਨੇ ਕੀ ਕੀਤਾ ਜੀ, ਪੰਜਾਬ ਦੇ ਵਿੱਚ ਚਲੇ ਗਏ। ਪੰਜਾਬ ਤੋਂ, ਭਾਰਤ ਤੋਂ ਕਹਿ ਲਓ, ਪੰਜਾਬ ਤੋਂ ਕਹਿ ਲਓ, ਇਹਨਾਂ ਨੇ 376 ਮੁਸਾਫਰ ਭਰ ਲਏ ਜਹਾਜ਼ ਦੇ ਵਿੱਚ, 376 ਮੁਸਾਫਰ ਭਰ ਲਏ। ਇਹ ਜਹਾਜ਼ ਕਹਿੰਦੇ ਹਾਂਗਕਾਂਗ ਹੁੰਦਾ ਹੋਇਆ, ਸੰਘਾਈ ਹੁੰਦਾ ਹੋਇਆ
ਚੀਨ ਤੋਂ ਰਵਾਨਾ ਹੋ ਕੇ ਕਹਿੰਦੇ ਜਾਪਾਨ ਤੋਂ ਲੰਘਦਾ ਹੋਇਆ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਤੇ ਕੈਨੇਡਾ ਵੱਲ ਚਲਾ ਗਿਆ। ਕਹਿਣ ਦਾ ਮਤਲਬ ਕਿ ਭਾਰਤ ਤੋਂ ਕੈਨੇਡਾ ਜਾਣਾ ਸੀ ਜਹਾਜ਼ ਨੇ ਡਾਇਰੈਕਟ। ਕਿੰਨੇ ਮੁਸਾਫਰ ਲੈ ਕੇ ਜਾ ਰਿਹਾ? 376 ਮੁਸਾਫਰ ਲੈ ਕੇ ਜਾ ਰਿਹਾ। ਤੁਹਾਨੂੰ ਮੈਂ ਫੋਟੋ ਵੀ ਦਿਖਾ ਦਿੰਦਾ, ਦੇਖੋ ਸਾਰੇ ਮੁਸਾਫਰ ਜਿਹੜੇ ਚੜ ਰਹੇ ਨੇ ਜਹਾਜ਼ ਦੇ ਉੱਪਰ, ਠੀਕ ਹੈ ਜੀ। ਟੋਟਲ 376 ਮੁਸਾਫਰ ਸੀਗੇ, ਇਹ ਯਾਦ ਰੱਖਣਾ, ਠੀਕ ਹੈ, ਕਿੰਨੇ ਮੁਸਾਫਰ ਸੀਗੇ। ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ, ਕਹਿੰਦੇ ਜੀ ਜਦੋਂ ਇਹ ਜਹਾਜ਼ ਜਿਹੜਾ ਹੈਗਾ ਹੈ, ਇਹਨੇ ਡਾਇਰੈਕਟ ਕੀ ਹੈ ਕੈਨੇਡਾ ਪਹੁੰਚਣਾ ਸੀਗਾ, ਬਟ ਕੀ ਹੋ ਗਿਆ ਜੀ, ਥੋੜਾ ਜਿਹਾ ਲੇਟ ਹੋ ਜਾਂਦਾ ਰਸਤੇ ਦੇ ਵਿੱਚ। ਕਹਿੰਦੇ ਜੀ ਇਸ ਜਹਾਜ਼ ਨੇ 29 ਮਾਰਚ 1914 ਨੂੰ ਸਿੱਧਾ ਕੈਨੇਡਾ ਪਹੁੰਚਣਾ ਸੀਗਾ, ਪਰ ਰਸਤੇ ਦੇ ਵਿੱਚ ਦੇਰ ਹੋਣ ਕਾਰਨ ਇਹ ਜਹਾਜ਼ 22 ਮਈ 1914 ਨੂੰ ਵੈਨਕੂਵਰ ਪਹੁੰਚਦਾ ਹੈ। 22 ਮਈ 1914 ਨੂੰ ਪਹੁੰਚਦਾ ਜੀ, ਜਿਹਦੇ ਕਰਕੇ ਕੀ ਹੁੰਦਾ ਜੀ, ਅੱਗੇ ਅੱਗੇ ਕਹਾਣੀ ਕੀ ਹੁੰਦੀ ਹੈ, ਅੱਗੇ ਕਹਾਣੀ ਇਹ ਹੁੰਦੀ ਹੈ ਜੀ, ਇਹਦੇ ਵਿੱਚੋਂ ਕਹਿੰਦੇ ਜੀ 24 ਨੂੰ ਤਾਂ ਕਹਿ ਦਿੰਦੇ ਆ ਕੈਨੇਡਾ ਵਿੱਚ ਦਾਖਲ ਹੋਣ ਵਾਸਤੇ, ਕਿਉਂਕਿ ਉਹਨਾਂ ਕੋਲੇ ਕੀ ਸੀਗਾ, ਕੈਨੇਡੀਅਨ ਸਿਟੀਜ਼ਨਸ਼ਿਪ ਸੀਗੀ, ਠੀਕ ਹੈ, ਜਾਂ ਕੋਈ ਐਂ ਕਹਿ ਲਓ ਕਿ ਉਹਨਾਂ ਨੂੰ ਇਜਾਜ਼ਤ ਦੇਤੀ। ਬਟ ਜਿਹੜੇ 352 ਬਚ ਗਏ, ਉਹਨਾਂ ਨੂੰ ਇਜਾਜ਼ਤ ਨਹੀਂ ਮਿਲਦੀ, ਉਹਨਾਂ ਨੂੰ ਕਹਿੰਦੇ ਤੁਸੀਂ ਵਾਪਸ ਮੁੜ ਜਾਓ ਆਪਣੀ ਧਰਤੀ ਤੇ, ਅਸੀਂ ਤੁਹਾਨੂੰ ਨਹੀਂ ਇੱਥੇ ਉਤਰਨ ਦੇਣਾਗਾ, ਠੀਕ ਹੈ। ਤਾਂ ਇਸ ਕਰਕੇ ਜਹਾਜ਼ ਨੂੰ ਵਾਪਸ ਭਾਰਤ ਪਰਤਣ ਵਾਸਤੇ ਮਜਬੂਰ ਕੀਤਾ ਗਿਆ, ਠੀਕ ਹੈ ਜੀ। ਤਾਂ ਕਲੀਅਰ ਹੈ। ਅੱਗੇ ਅਗਰ ਆਪਾਂ ਗੱਲ ਕਰੀਏ, ਕਹਿੰਦੇ ਜੀ ਬਾਕੀ ਉੱਥੇ ਕੀ ਹੁੰਦੀ ਹੈ, ਫਿਰ ਬਹਿਸ ਹੁੰਦੀ ਹੈ। ਕਹਿੰਦੇ ਜੀ ਕਾਫੀ ਲੰਮੀ ਜਦੋਜਹਿਦ ਹੁੰਦੀ ਹੈ, ਠੀਕ ਹੈ। ਉਸ ਤੋਂ ਮਗਰੋਂ ਵੀ ਇਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ, ਪਰ ਜਿਹੜੇ ਸਿੱਖ ਭਾਈ ਸੀਗੇ ਉਹ ਡਟ ਜਾਂਦੇ ਆ, ਠੀਕ ਹੈ। ਉਹ ਕੀ ਕਹਿੰਦੇ ਆ, ਜਿਹੜੇ ਕੈਨੇਡਾ ਰਹਿੰਦੇ ਸੀਗੇ ਉਹ ਵੀ ਡਟ ਗਏ। ਤਾਂ ਕੈਨੇਡਾ ਸਰਕਾਰ ਨੇ ਉੱਥੇ ਕਹਿਤਾ ਵੀ ਜੇ ਤੁਸੀਂ ਵਾਪਸ ਨਾ ਗਏ ਤੁਹਾਡੇ ਤੇ ਫਾਇਰਿੰਗ ਹੋ ਸਕਦੀ ਆ, ਧਮਕੀ ਦਿੱਤੀ ਜਾਂਦੀ ਹੈ। ਜਦੋਂ ਧਮਕੀ ਦਿੱਤੀ ਜਾਂਦੀ ਹੈ ਤਾਂ ਜਿਹੜੀ ਕੈਨੇਡਾ ਦੇ ਵਿੱਚ ਰਹਿੰਦੇ ਜਿਹੜੇ ਆਪਣੇ ਸਿੱਖ ਭਾਈ ਸੀਗੇ ਉਹ ਵੀ ਭੜਕ ਗਏ। ਉਹਨਾਂ ਨੇ ਕਹਿਤਾ, ਜਿਹੜੀ ਸਿੱਖ ਸੰਗਤ ਸੀਗੀ ਉਹਨਾਂ ਨੇ ਕਹਿੰਦੇ 21 ਜੁਲਾਈ 1914 ਨੂੰ ਕਹਿੰਦੇ ਵੈਨਕੂਵਰ ਦੇ ਗੁਰਦੁਆਰੇ ਵਿੱਚ ਜਾ ਕੇ ਇੱਕ ਇਕੱਠ ਕੀਤਾ ਤੇ ਮਤਾ ਪਾਸ ਕਰਤਾ ਵੀ ਜੇਕਰ ਜਹਾਜ਼ ਤੇ ਗੋਲੀ ਚਲਾਈ ਤਾਂ ਆਪਾਂ ਸਾਰੇ ਵੈਨਕੂਵਰ ਸ਼ਹਿਰ ਨੂੰ ਸਾੜ ਕੇ ਸਵਾਹ ਕਰ ਦਾਂਗੇ। ਕਹਿਣ ਦਾ ਮਤਲਬ ਉਹਦੀ ਸਪੋਰਟ ਦੇ ਵਿੱਚ ਆ ਗਏ ਆਪਣੀ ਕਮਿਊਨਿਟੀ ਦੇ, ਠੀਕ ਹੈ ਜੀ। ਤਾਂ ਆਪਣੇ ਭਾਈਚਾਰੇ ਦੇ ਕੀ ਆ, ਸਪੋਰਟ ਦੇ ਵਿੱਚ ਆ ਗਏ ਉੱਥੋਂ ਦੇ ਜਿਹੜੇ ਰਹਿੰਦੇ ਸਿੱਖ ਸੀਗੇ। ਤਾਂ ਕਹਿੰਦੇ ਜੀ ਇਹ ਸਿੱਖਾਂ ਦੇ ਇਸ ਜਿਹੜੇ ਐਲਾਨ ਕੀਤਾ ਸਿੱਖਾਂ ਨੇ ਵੀ ਅਸੀਂ ਵੈਨਕੂਵਰ ਨੂੰ ਸਾੜ ਦਾਂਗੇ ਜੇ ਤੁਸੀਂ ਉਹਨਾਂ ਤੇ ਗੋਲੀ ਚਲਾਈ। ਤਾਂ ਸਰਕਾਰ ਵੀ ਥੋੜੀ ਡਰ ਗਈ ਹੈ, ਤਾਂ ਡਰ ਗਈ, ਲੇਕਿਨ ਪਰ ਉੱਥੇ ਸਰਕਾਰ ਨੇ ਇੱਕ ਚਾਲ ਚੱਲੀ। ਸਰਕਾਰ ਨੇ ਕਹਿਤਾ ਵੀ ਅਸੀਂ ਦੁਬਾਰਾ ਗੱਲਬਾਤ ਕਰਾਂਗੇ ਸਿੱਖ ਆਗੂਆਂ ਨਾਲ, ਬਟ ਉਹਨਾਂ ਨੇ ਕੀ ਕੀਤਾ, ਇੱਕ ਭੰਬਲ ਭੂਸੇ ਚ ਪਾਤਾ ਉਹਨਾਂ ਨੂੰ। ਭੰਬਲ ਭੂਸੇ ਵਿੱਚ ਕਹਿਣ ਦਾ ਮਤਲਬ ਕਿ ਉਹਨਾਂ ਨੇ ਕਹਿਤਾ ਵੀ ਹੌਲੀ ਹੌਲੀ ਤੁਸੀਂ ਤਰੀਕੇ ਨਾਲ ਮਤਲਬ ਡਰਾ ਲਿਆ ਉਹਨਾਂ ਨੂੰ, ਕਹਿ ਲਓ, ਜਾਂ ਉਹਨਾਂ ਨੂੰ ਵਰਗਲਾ ਲਿਆ ਕਹਿ ਸਕਦੇ ਆਪਾਂ, ਠੀਕ ਹੈ, ਪੰਜਾਬੀ ਦੇ ਵਿੱਚ। ਤਾਂ ਉਹ ਕੀ ਆ ਜੀ, ਵਾਪਸ ਪਰਤਣ ਵਾਸਤੇ ਰਾਜੀ ਹੋ ਜਾਂਦੇ ਇਹਦੇ ਵਿੱਚ, ਠੀਕ ਹੈ ਜੀ। ਚਲਾਕੀ ਕੀਤੀ ਇਹਨਾਂ ਨੇ, ਤਾਂ ਇਹਨਾਂ ਨੇ ਕੁਝ ਬੰਦੇ ਕੀ ਕਰ ਲਏ, ਆਪਣੇ ਵੱਲ ਕਰ ਲਏ ਸਰਕਾਰ ਨੇ। ਤਾਂ ਚਲਾਕੀ ਨਾਲ ਕਹਿਤਾ ਵੀ ਤੁਸੀਂ ਵਾਪਸ ਮੁੜ ਜਾਓ ਪੰਜਾਬ ਨੂੰ। ਕਹਿਣ ਦਾ ਮਤਲਬ ਕਿ ਇਹਨਾਂ ਨੂੰ ਇਜਾਜ਼ਤ ਨਹੀਂ ਮਿਲੀ। ਕਹਿੰਦੀ ਕਹਾਣੀ ਇਹ ਬਣ ਗਈ ਵੀ ਇਹਨਾਂ ਨੂੰ ਵਾਪਸ ਮੁੜਨਾ ਪਿਆ। ਤਾਂ ਵਾਪਸ ਮੁੜਨਾ ਪਿਆ ਜੀ। ਕਹਿੰਦਾ ਜੀ ਕੈਨੇਡਾ ਸਰਕਾਰ ਨੇ ਪਰ ਇਹਨਾਂ ਨੂੰ ਕੀ ਆ, ਖਾਣ ਪੀਣ ਵਾਸਤੇ ਸਮਾਨ ਤੇ ਤੇਲ ਦੇਤਾ ਜਹਾਜ਼ 'ਚ ਪਾਉਣ ਵਾਸਤੇ ਬਸ, ਤੇ ਕਹਿਤਾ ਜੀ ਵਾਪਸ ਚਲੇ ਜਾਓ ਆਪਣਾ ਤੁਸੀਂ ਇੰਡੀਆ ਨੂੰ। ਤਾਂ ਕਹਿੰਦੇ ਜੀ ਇਹਦੇ ਵਿੱਚ 24 ਬੰਦੇ ਰੱਖ ਲਏ ਆ, ਬਾਕੀ ਜਿਹੜੇ 352 ਸੀਗੇ ਉਹਨਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ। ਜਦੋਂ ਭਾਰਤ ਵਾਪਸ ਭੇਜਿਆ ਤਾਂ ਇਹ ਵਾਪਸ ਕਿੱਥੇ ਆਊਗਾ ਰਾਜੇ, ਇਹ ਆਊਗਾ ਜੀ ਕਲਕੱਤਾ। ਕਲਕੱਤਾ ਦੀ ਇੱਕ ਬੰਦਰਗਾਹ ਸੀਗੀ, ਠੀਕ ਹੈ ਜੀ, ਤੁਹਾਨੂੰ ਮੈਂ ਨਾਮ ਦੱਸਦਾ, ਉਹ ਵੀ ਐਗਜ਼ਾਮ 'ਚ ਪੁੱਛਿਆ ਜਾਂਦਾ ਹੁੰਦਾ। 23 ਜੁਲਾਈ ਨੂੰ ਵਾਪਸ ਆ ਗਏ ਜੀ। 23 ਜੁਲਾਈ ਨੂੰ ਜਦੋਂ ਵਾਪਸ ਆਏ ਆ ਤਾਂ ਡਾਇਰੈਕਟ ਨਹੀਂ ਆਏਗੇ 23 ਜੁਲਾਈ ਨੂੰ, ਠੀਕ ਹੈ। ਆਪਾਂ ਐਂ ਨਹੀਂ ਕਹਿ ਸਕਦੇ ਵੀ 23 ਜੁਲਾਈ ਨੂੰ ਵਾਪਸ ਆ ਗਏ। ਕਹਿੰਦੇ ਜੀ 2 ਮਹੀਨੇ ਦਾ ਸਫ਼ਰ ਸੀਗਾ ਜਹਾਜ਼। ਕਹਿੰਦਾ ਜੀ 26 ਸਤੰਬਰ 1914 ਨੂੰ ਕਿਲਪੀ ਪਹੁੰਚਿਆ, ਉੱਥੇ ਇਹਨਾਂ ਦੀ ਪੂਰੀ ਤਲਾਸ਼ੀ ਲਈ ਗਈ। ਤਲਾਸ਼ੀ ਲੈਣ ਤੋਂ ਬਾਅਦ ਕਹਿੰਦਾ ਜੀ ਜਿਹੜਾ 29 ਸਤੰਬਰ 1914 ਨੂੰ ਜਦੋਂ ਜਹਾਜ਼ ਕਹਿੰਦਾ ਕਾਮਾਗਾਟਾ ਮਾਰੂ ਜਹਾਜ਼ ਬਜ-ਬਜ ਘਾਟ ਪਹੁੰਚਿਆ, ਠੀਕ ਹੈ। ਜਿਹੜਾ ਮੇਨ ਪਹੁੰਚਦਾ, ਕਹਿਣ ਦਾ ਮਤਲਬ ਕਿ 23 ਜੁਲਾਈ ਨੂੰ ਤਾਂ ਉੱਥੋਂ ਵਾਪਸ ਭੇਜਤਾ ਕੈਨੇਡਾ ਤੋਂ, ਪਰ ਜਦੋਂ ਪਹੁੰਚਦਾ ਕਿੱਥੇ, 29 ਸਤੰਬਰ 1914 ਨੂੰ। ਇਹ ਯਾਦ ਰੱਖਣੀ ਹੈ ਡੇਟ, ਮੇਨ ਇੰਪੋਰਟੈਂਟ ਡੇਟ ਹੈ ਕਿ ਵਾਪਸ ਕਲਕੱਤਾ ਕਦੋਂ ਪਹੁੰਚਦਾ ਹੈ, 29 ਸਤੰਬਰ 1914 ਨੂੰ ਪਹੁੰਚਦਾ ਹੈ। ਕਿਹੜੀ ਘਾਟ ਤੇ ਪਹੁੰਚਦਾ, ਕਿਹੜੀ ਬੰਦਰਗਾਹ ਤੇ ਪਹੁੰਚਦਾ, ਬਜ-ਬਜ ਘਾਟ, ਠੀਕ ਹੈ। ਉੱਥੇ ਹਜੇ ਵੀ ਇਹਨਾਂ ਦੀ ਸਮਾਧੀ ਬਣੀ ਹੋਈ ਹੈ, ਮਤਲਬ ਜਿਹੜੇ ਬੰਦੇ ਸ਼ਹੀਦ ਹੁੰਦੇ ਅੱਗੇ ਆ ਕੇ ਤੁਹਾਨੂੰ ਮੈਂ ਦੱਸੂਗਾ ਸ਼ਹੀਦੀ ਦਾ ਕਾਰਨ ਕੀ ਬਣਦਾ ਹੈ। ਤਾਂ 29 ਸਤੰਬਰ 1914 ਨੂੰ ਕਾਮਾਗਾਟਾ ਮਾਰੂ ਜਹਾਜ਼ ਵਾਪਸ ਆ ਜਾਂਦਾ ਭਾਈ ਕਲਕੱਤਾ ਦੇ ਵਿਖੇ। ਉਹ ਹੈਗੀ ਹੈ ਜੀ ਬਜ-ਬਜ ਘਾਟ। ਬਟ ਉੱਥੇ ਕੀ ਅੰਗਰੇਜ਼ ਸਰਕਾਰ ਕੀ ਕਰਦੀ ਹੈ ਕਿ ਸਪੈਸ਼ਲ ਗੱਡੀ, ਰੇਲ ਗੱਡੀ ਖੜੀ ਕਰ ਦਿੰਦੀ ਹੈ ਕਿ ਕਹਿੰਦੇ ਤੁਸੀਂ ਪੰਜਾਬ ਚਲੇ ਜਾਓ। ਪੰਜਾਬ ਵਾਸਤੇ ਉਹਨਾਂ ਦਾ ਇੰਤਜ਼ਾਮ ਕਰ ਦਿੰਦੇ ਆ ਕਿ ਤੁਸੀਂ ਵਾਪਸ ਪੰਜਾਬ ਚਲੇ ਜਾਓ। ਬਟ ਕੀ ਹੈ, ਜਿਹੜੀ ਉੱਥੋਂ ਦੀ ਸੰਗਤ ਹੁੰਦੀ ਹੈ ਉਹ ਪੰਜਾਬ ਨਹੀਂ ਜਾਣ ਤੋਂ ਇਨਕਾਰ ਕਰ ਦਿੰਦੀ ਹੈ। ਕਹਿੰਦੇ ਮੁਸਾਫਰ ਕਹਿੰਦੇ ਅਸੀਂ ਨਹੀਂ ਗੱਡੀ ਦੇ ਵਿੱਚ ਬੈਠਣਾ। ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੀ ਕਰਦੇ ਨੇ, ਇੱਕ ਜਲੂਸ ਕੱਢਦੇ ਨੇ, ਠੀਕ ਹੈ ਜੀ। ਜਲੂਸ ਨੂੰ ਗੁਰਦੁਆਰੇ ਸਾਹਿਬ ਵੱਲ ਲੈ ਜਾਂਦੇ ਆ। ਤਾਂ ਬਟ ਉਹ ਸਰਕਾਰ ਕੀ ਕਰਦੀ ਰਾਜੇ, ਇਹਨਾਂ ਤੇ ਮੁਸਾਫਰਾਂ ਉੱਪਰ ਗੋਲੀ ਚਲਾ ਦਿੰਦੀ ਹੈ। ਤੇ ਇਸ ਫਾਇਰਿੰਗ ਦੇ ਵਿੱਚ 15 ਤੋਂ ਲੈ ਕੇ 25 ਜਿਹੜੇ ਬੰਦੇ ਹੁੰਦੇ ਆ ਉਹ ਕੀ ਮਾਰੇ ਜਾਂਦੇ ਆ। ਤੇ ਜਿਹਦੇ ਮਗਰੋਂ ਕਹਿੰਦੇ ਜੀ ਪੁਲਿਸ ਨੇ ਕਹਿੰਦੇ ਮੁਸਾਫਰਾਂ ਨੂੰ ਜਿਹੜੇ ਮਾਰਤੇ ਜਿਹੜੇ ਗ੍ਰਿਫਤਾਰ ਕਰਨੇ ਆ, ਬਾਕੀਆਂ ਨੂੰ ਕੀ ਕਰ ਲਿਆ, ਅਰੈਸਟ ਕਰ ਲਿਆ। ਪਰ ਜਿਹੜੇ ਬਾਬਾ ਗੁਰਦਿੱਤ ਸਿੰਘ ਜੀ ਹੁੰਦੇ ਆ ਤੇ ਇਸ ਤੋਂ ਇਲਾਵਾ 30 ਸਿੱਖ ਹੋਰ ਹੁੰਦੇ ਆ, ਉਹ ਭੱਜਣ ਵਿੱਚ ਕਾਮਯਾਬ ਹੋ ਜਾਂਦੇ ਆ। ਪਰ ਇਸ ਮਗਰੋਂ ਗੱਲ ਕੀ ਹੁੰਦੀ ਹੈ ਕਿ ਮਤਲਬ ਫਰਾਰ ਹੋ ਜਾਂਦੇ ਆ। ਲੇਕਿਨ ਇਸ ਤੋਂ ਮਗਰੋਂ ਹੁੰਦਾ ਕਿ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਆ, ਕਹਿੰਦਾ ਕੈਨੇਡਾ ਦੇ ਜਿਹੜੇ ਅੰਗਰੇਜ਼ ਹਾਕਮ ਆ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਜ਼ਾ ਦੇਣਾ ਚਾਹੁੰਦੇ ਸੀਗੇ। ਤਾਂ ਉਹ ਚਾਹੁੰਦੇ ਸੀ ਵੀ ਇਹਨਾਂ ਨੂੰ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਕਰੀਏ, ਦਬਾ ਲਈਏ, ਠੀਕ ਹੈ। ਤਾਂ ਇਹ ਕਹਾਣੀ ਸੀਗੀ ਜੀ ਕਾਮਾਗਾਟਾ ਮਾਰੂ ਦਾ। ਆਹ ਸਮਾਧ ਬਣੀ ਹੋਈ ਹੈ ਜੀ ਉੱਥੇ ਕਾਮਾਗਾਟਾ ਮਾਰੂ ਦੀ, ਆਪਣੇ ਬਦ-ਬਦ ਘਾਟ ਜਿਹੜੀ ਹੈਗੀ ਆ ਕੋਲਕਾਤਾ ਵਿਖੇ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਦੇਖੋ ਆਪਾਂ ਗਦਰ ਲਹਿਰ ਪੜ੍ਹ ਲਈ ਹੈ, ਸੈਕਿੰਡ ਆਪਾਂ ਪੜ੍ਹ ਲਿਆ ਕਾਮਾਗਾਟਾ ਮਾਰੂ ਸਾਕਾ, ਤੇ ਅੱਗੇ ਆਪਾਂ ਪੜਾਂਗੇ ਜੀ ਜਲਿਆਂਵਾਲਾ ਬਾਗ ਦਾ ਸਾਕਾ, ਜਿਹਦੇ ਬਾਰੇ ਕਾਫੀ ਬੱਚਿਆਂ ਨੂੰ ਕਨਫਿਊਜ਼ਨ ਰਹਿੰਦੀ ਹੈ। ਤਾਂ ਇਹ ਸਾਰੀਆਂ ਘਟਨਾਵਾਂ ਦੇਖੋ ਪੈਰਲਲ ਚੱਲ ਰਹੀਆਂ ਨੇ। 1913 ਦੇ ਵਿੱਚ ਗਦਰ ਲਹਿਰ ਆ ਗਈ ਹੈ, 1914 ਦੇ ਵਿੱਚ ਕਾਮਾਗਾਟਾ ਮਾਰੂ, ਤੇ 1919 ਦੇ ਵਿੱਚ ਕੀ ਆ ਗਿਆ ਆਪਣਾ ਜਲਿਆਂਵਾਲਾ ਬਾਗ ਦਾ ਹੱਤਿਆਕਾਂਡ। ਤਾਂ ਗੱਲ ਕਰਦੇ ਹਾਂ ਜੀ ਜਲਿਆਂਵਾਲੇ ਬਾਗ ਦਾ ਮੇਨ ਕਾਰਨ ਕੀ ਬਣਿਆ, ਵੀ ਜਲਿਆਂਵਾਲੇ ਬਾਗ ਦੇ ਵਿੱਚ ਸਾਕਾ ਹੋਇਆ ਕਿਉਂ ਆ। ਆਪਾਂ ਡਾਇਰੈਕਟ ਪੜ੍ਹ ਤਾਂ ਲੈਂਦੇ ਹਾਂ ਵੀ 13 ਅਪ੍ਰੈਲ 1919 ਨੂੰ ਹੋਇਆ,
ਇਹਨੇ ਗੋਲੀ ਚਲਾਈ, ਫਲਾਣੇ ਬੰਦੇ ਸ਼ਹੀਦ ਹੋ ਗਏ। ਲੇਕਿਨ ਪੜ੍ਹਨ ਦਾ ਕਾਰਨ ਕੀ ਹੈ ਵੀ ਕਾਰਨ ਕੀ ਬਣਿਆ, ਕਿਉਂ ਉੱਥੇ ਇਹ ਚੀਜ਼ਾਂ ਹੋਈਆਂ? ਤਾਂ ਕਾਰਨ ਇਹ ਬਣਦਾ ਜੀ, ਕਹਿੰਦਾ ਜੀ ਪੰਜਾਬ ਨੇ, ਤੁਹਾਨੂੰ ਪਤਾ ਸਟਾਰਟਿੰਗ ਦੇ ਵਿੱਚ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਬਹੁਤ ਅਹਿਮ ਹਿੱਸਾ ਪਾਇਆ ਪੰਜਾਬ ਨੇ। ਚਾਹੇ ਆਪਾਂ ਗੱਲ ਕਰ ਲਈਏ 1857 ਦੇ ਵਿਦਰੋਹ ਦੀ ਗੱਲ ਕਰ ਲਈਏ, ਕੂਕਾ ਲਹਿਰ ਦੀ ਗੱਲ ਕਰ ਲਈਏ, ਪਗੜੀ ਸੰਭਾਲ ਜੱਟਾ ਲਹਿਰ ਦੀ ਗੱਲ ਕਰ ਲਈਏ, ਤਾਂ ਹਰੇਕ ਜਿਹੜੇ ਆਜ਼ਾਦੀ ਦਾ ਜਿਹੜਾ ਸੰਘਰਸ਼ ਹੈਗਾ ਉਹਦੇ ਸੁਨਹਿਰੀ ਪੰਨਿਆਂ ਵਜੋਂ ਪੰਜਾਬ ਨੇ ਇੱਕ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ। ਤਾਂ ਅੱਗੇ ਗੱਲ ਕਰਦੇ ਹਾਂ ਜੀ, ਇਹਦੇ ਵਿੱਚ ਹੁੰਦਾ ਕੀ ਹੈ ਜੀ, ਜਦੋਂ ਆਪਣੇ 20ਵੀਂ ਸਦੀ ਦੇ ਵਿੱਚ ਕਹਿੰਦੇ ਜਿਹੜੇ ਗਦਰ ਪਾਰਟੀ ਹੋ ਗਈ, ਠੀਕ ਹੈ ਜੀ, ਜਾਂ ਆਪਣਾ ਜਿਹੜਾ ਆਹ ਕਾਮਾਗਾਟਾ ਮਾਰੂ ਘਟਨਾ ਹੋ ਗਈ, ਇਹਨੇ ਕੀ ਕੀਤਾ ਜੀ, ਆਪਣੀ ਜਿਹੜੀ ਆਜ਼ਾਦੀ ਦੀ ਜਿਹੜੀ ਤਾਂਘ ਹੈਗੀ ਹੈ, ਆਪਣੀ ਆਜ਼ਾਦੀ ਜਿਹੜੀ ਆਪਾਂ ਦਿਲਾਂ ਦੇ ਵਿੱਚ ਪਾਲ ਕੇ ਬੈਠੇ ਵੀ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ ਹੈ, ਤਾਂ ਉਹ ਮਤਲਬ ਕਿ ਡਬਲ ਹੋ ਗਈ। ਕਹਿਣ ਦਾ ਮਤਲਬ ਕਿ ਉਹਨਾਂ ਨੂੰ ਕੀ ਕੀਤਾ, ਉਤਸ਼ਾਹਿਤ ਕੀਤਾ ਇਸ ਚੀਜ਼ਾਂ ਨੇ। ਤਾਂ ਇਸੇ ਕਾਰਨ ਕਰਕੇ ਕੀ ਹੁੰਦਾ ਜੀ, ਅੱਗੇ ਜਾ ਕੇ ਗੱਲ ਕਹਾਣੀ ਕੀ ਬਣਦੀ ਹੈ, ਕਹਾਣੀ ਇਹ ਬਣਦੀ ਹੈ ਕਿ ਜਿਹੜੇ ਅੰਗਰੇਜ਼ ਹੁੰਦੇ ਆ, ਇਹ ਜਿਹੜੇ ਜਿੰਨੇ ਵੀ ਬੰਦੇ ਹੁੰਦੇ ਆ, ਜਿਹੜੇ ਇਨਕਲਾਬੀ ਬੰਦੇ ਹੁੰਦੇ ਆ, ਜਿਹੜੇ ਆਜ਼ਾਦੀ ਪਾਉਣਾ ਚਾਹੁੰਦੇ ਆ, ਉਹਨਾਂ ਤੇ ਕਾਬੂ ਪਾਉਣਾ ਚਾਹੁੰਦੇ ਸੀਗੇ। ਤਾਂ ਇਸੇ ਕਰਕੇ ਅੰਗਰੇਜ਼ ਸਰਕਾਰ ਨੇ ਨਾ ਨਵੇਂ-ਨਵੇਂ ਕਾਨੂੰਨ ਪਾਸ ਕਰ ਦਿੰਦੇ ਸੀ, ਜਿਵੇਂ ਡਿਫੈਂਸ ਆਫ ਇੰਡੀਆ ਐਕਟ ਪਾਸ ਕੀਤਾ ਸੀ 1915। ਤਾਂ ਇਹੋ ਜਿਹਾ ਇੱਕ ਕਾਨੂੰਨ ਲੈ ਕੇ ਆਉਣਾ ਚਾਹੁੰਦੇ ਸੀ, ਰੋਇਲਟ ਐਕਟ, ਠੀਕ ਹੈ, ਰੋਇਲਟ ਐਕਟ ਪਾਸ ਕਰਾਉਣਾ ਚਾਹੁੰਦੇ ਸੀਗੇ, ਜਿਹਦੇ ਵਿੱਚ ਕੀ ਕਰ ਸਕਦੇ ਸੀ, ਇਹ ਕਿਸੇ ਵੀ ਨੂੰ ਵੀ ਬਿਨਾਂ ਦੱਸੇ ਫੜ ਸਕਦੇ ਸੀਗੇ, ਚਾਹੇ ਉਹ ਕੋਈ ਕਾਰਨ ਦੱਸਣਾ ਨਹੀਂ ਪੈਂਦਾ ਸੀਗਾ, ਮਤਲਬ ਕਿ ਧੱਕਾ ਸੀਗਾ, ਡਾਇਰੈਕਟ ਕਹਿ ਸਕਦੇ ਹਾਂ ਆਪਾਂ। ਤਾਂ ਨੈਕਸਟ ਅਗਰ ਗੱਲ ਕਰਦੇ ਆ ਜੀ, ਇਹਦੇ ਵਿਰੁੱਧ ਕੀ ਇੱਕ ਅੰਦੋਲਨ ਹੋਇਆ, ਠੀਕ ਹੈ ਜੀ। ਤਾਂ ਇਸ ਅੰਦੋਲਨ ਨੇ ਕੀ ਕੀਤਾ ਜੀ, ਇੱਕ ਨਵੀਂ ਨੁਹਾਰ ਲਈ। ਨਵੀਂ ਨੁਹਾਰ ਕਿਵੇਂ ਲਈ ਜੀ, ਤੁਹਾਨੂੰ ਮੈਂ ਦੱਸਦਾ। ਕਹਿੰਦਾ ਜੀ ਮਹਾਤਮਾ ਗਾਂਧੀ ਨੇ ਉਸੇ ਟਾਈਮ ਤੇ ਇੱਕ ਸੱਤਿਆਗ੍ਰਹਿ, ਠੀਕ ਹੈ, ਆਪਣਾ ਕੀਤਾ, ਇੱਕ ਅੰਦੋਲਨ ਸ਼ੁਰੂ ਕੀਤਾ, ਜਿਵੇਂ ਕਹਿ ਸਕਦੇ ਹਾਂ ਆਪਾਂ ਸੱਤਿਆਗ੍ਰਹਿ, ਠੀਕ ਹੈ, ਸੱਤਿਆਗ੍ਰਹਿ ਸ਼ੁਰੂ ਕੀਤਾ। ਤਾਂ ਇਸੇ ਕਰਕੇ ਕੀ ਹੋਇਆ ਜੀ, ਇਸੇ ਕਰਕੇ ਕਹਿੰਦਾ ਜੀ ਇਹ ਵਿਦਰੋਹ ਪੰਜਾਬ ਦੇ ਵਿੱਚ ਭੜਕ ਉੱਠਿਆ, ਤੇ ਇਹਦਾ ਸਿਖਰ ਕਦੋਂ ਮਿਲਿਆ, ਦੇਖਣ ਨੂੰ ਮਿਲਿਆ 13 ਅਪ੍ਰੈਲ 1919 ਨੂੰ ਦੇਖਣ ਨੂੰ ਮਿਲਿਆ, ਜਿਹਦੇ ਕਰਕੇ ਜਲਿਆਂਵਾਲਾ ਬਾਗ ਦੇ ਵਿੱਚ ਕੀ ਹੋਇਆ, ਖੂਨੀ ਸਾਕਾ ਹੋਇਆ। ਹੁਣ ਕਾਰਨ ਕੀ ਬਣਿਆ, ਜਿਹੜੇ ਆਪਣੇ ਦੋ ਮੇਨ ਬੰਦੇ ਸੀਗੇ, ਆਪਣੇ ਡਾਕਟਰ ਸੈਫੂਦੀਨ ਕਿਚਲੂ ਤੇ ਡਾਕਟਰ ਸੱਤਿਆਪਾਲ, ਉਹਨਾਂ ਦੀ ਗ੍ਰਿਫਤਾਰੀ ਹੋ ਗਈ ਸੀਗੀ, ਠੀਕ ਹੈ। ਤਾਂ 3 ਅਪ੍ਰੈਲ 1919 ਐਤਵਾਰ ਦੇ ਦਿਨ ਕੀ ਹੋਇਆ ਸੀਗਾ ਜੀ, ਸ਼ਾਮ ਨੂੰ 4 ਵਜੇ ਕੀ ਹੋ ਗਏ, ਜਿਹੜੇ ਬੰਦੇ ਹੈਗੇ ਆ ਇਕੱਠੇ ਹੋਣੇ ਸ਼ੁਰੂ ਹੋ ਗਏ, ਕਿਹਦੇ ਵਿਰੁੱਧ ਦੇ ਵਿੱਚ, ਕਿ ਤੁਸੀਂ ਡਾਕਟਰ ਸੈਫੂਦੀਨ ਕਿਚਲੂ ਤੇ ਡਾਕਟਰ ਸੱਤਿਆਪਾਲ ਜੀ ਨੂੰ ਕਿਉਂ ਗ੍ਰਿਫਤਾਰ ਕੀਤਾ, ਉਹਦੇ ਵਿਰੋਧ ਦੇ ਵਿੱਚ। ਬਟ ਸਰਕਾਰ ਨੇ ਪਹਿਲਾਂ ਹੀ ਕੀ ਕੀਤਾ ਸੀਗਾ, ਚੇਤਾਵਨੀ ਦਿੱਤੀ ਹੋਈ ਸੀਗੀ ਵੀ ਹਾਂ ਭਾਈ ਤੁਸੀਂ ਕੋਈ ਜਲੂਸ ਨਹੀਂ ਕੱਢ ਸਕਦੇ, ਤੁਸੀਂ ਕੋਈ ਜਲਸਾ ਨਹੀਂ ਕਰ ਸਕਦੇ। 3 ਦਿਨ ਪਹਿਲਾਂ ਰੋਕ ਲਾਤੀ ਸੀਗੀ, ਕਿਹਨੇ, ਜਨਰਲ ਡਾਇਰ ਨੇ। ਇੱਥੇ ਬਾਈ ਦੋ ਬੰਦਿਆਂ ਦਾ ਨਾਮ ਆਉਂਦਾ, ਧਿਆਨ ਰੱਖਿਓ, ਬੱਚੇ ਬੜੇ ਕਨਫਿਊਜ਼ ਹੋ ਜਾਂਦੇ, ਇੱਕ ਜਨਰਲ ਓ ਮਾਈਕਲ ਡਵਾਇਰ ਹੈ, ਇੱਕ ਜਨਰਲ ਡਾਇਰ ਹੈ, ਠੀਕ ਹੈ। ਦੋਨਾਂ ਦੇ ਬਾਰੇ ਮੈਂ ਐਂਡ 'ਚ ਦੱਸ ਕੇ ਜਾਊਂਗਾ ਵੀ ਦੋਨਾਂ ਦੇ ਵਿੱਚ ਫਰਕ ਕੀ ਹੈ, ਕਈ ਬੱਚਿਆਂ ਨੂੰ ਤਾਂ ਇਹੀ ਚੀਜ਼ ਦਾ ਨਹੀਂ ਪਤਾ ਵੀ ਦੋਨਾਂ 'ਚ ਫਰਕ ਕੀ ਹੈ, ਠੀਕ ਹੈ, ਧਿਆਨ ਰੱਖਣਾ। ਤਾਂ ਜਨਰਲ ਡਾਇਰ ਨੇ ਕਹਿੰਦਾ ਜੀ ਕਿਸੇ ਵੱਡੀ ਬਗਾਵਤ ਨੂੰ ਭਾਂਪਦਿਆਂ ਹੋਇਆਂ ਕੀ ਕੀਤਾ ਜੀ, ਜਲਸਿਆਂ ਤੇ ਰੋਕ ਲਾਤੀ 3 ਦਿਨ ਪਹਿਲਾਂ ਹੀ। ਬਟ ਉਸ ਦੇ ਵਿਰੁੱਧ ਵੀ ਕੀ ਹੋ ਗਿਆ ਜੀ, ਬਹੁਤ ਸਾਰਾ ਇਕੱਠ ਹੋਇਆ। ਤਾਂ ਕਹਿੰਦਾ ਜਿਹੜਾ ਆਪਣਾ ਤੁਸੀਂ ਬਾਗ ਤਕਰੀਬਨ ਸਭ ਨੇ ਦੇਖਿਆ ਹੀ ਹੋਊਗਾ, ਜਿਹੜੇ ਆਪਾਂ ਹਰਿਮੰਦਰ ਸਾਹਿਬ ਜਾਂਦੇ ਆ ਤਾਂ ਉੱਥੇ ਆਪਾਂ ਨੂੰ ਜਲਿਆਂਵਾਲਾ ਬਾਗ ਦੇਖਣ ਨੂੰ ਮਿਲਦਾ। ਤਾਂ ਇਹ ਬਾਗ ਜਿਹੜਾ ਹੈਗਾ ਜੀ 2 ਤੋਂ ਲੈ ਕੇ 200 ਗਜ ਲੰਮਾ ਹੈ ਤੇ 100 ਗਜ ਚੌੜਾ ਆਪਾਂ ਕਹਿ ਸਕਦੇ ਹਾਂ, ਤੇ ਚਾਰੇ ਪਾਸੇ ਕੀ ਹੈ, ਦੀਵਾਰੀ ਕੀਤੀ ਹੋਈ ਹੈ। ਬਟ ਜਿਹੜਾ ਇਹਦੇ ਅੰਦਰ ਜਾਣ ਵਾਲਾ ਰਸਤਾ ਹੈਗਾ ਰਾਜੀ, ਬਹੁਤ ਛੋਟਾ ਜਿਹਾ ਤੰਗ ਰਸਤਾ ਸੀਗਾ, ਠੀਕ ਹੈ। ਅੱਜ ਕੱਲ੍ਹ ਵੀ ਤੁਸੀਂ ਦੇਖੋਗੇ ਉਹ ਵੀ ਰਸਤਾ ਅਜੇ ਵੀ ਤੰਗ ਹੀ ਹੈ, ਠੀਕ ਹੈ। ਤੇ ਇਹ ਜਿਹੜਾ ਬਾਗ ਸੀਗਾ ਰਾਜੇ ਖਚਾਖਚ ਭਰਿਆ ਹੋਇਆ ਸੀਗਾ। ਉਸ ਵਿਰੋਧ ਦੇ ਵਿੱਚ ਡਾਕਟਰ ਸੱਤਿਆਪਾਲ ਤੇ ਡਾਕਟਰ ਕਿਚਲੂ, ਹਨਾ, ਠੀਕ ਹੈ, ਉਹਨਾਂ ਦੇ ਮਤਲਬ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ। ਤੇ ਇਸ ਸਮੇਂ ਜਨਰਲ ਡਾਇਰ ਉਸ ਸਮੇਂ ਦਾਖਲ ਹੁੰਦਾ, ਇਹਨੂੰ ਖਬਰ ਮਿਲਦੀ ਹੈ। ਇਹ ਕੀ ਕਰਦਾ, ਜਨਰਲ ਜਿਹੜਾ ਡਾਇਰ, ਰੈਜੀਨਲ ਡਾਇਰ ਇਹਦਾ ਪੂਰਾ ਨਾਮ ਹੈ, ਜਨਰਲ ਡਾਇਰ ਕਹਿ ਦਿੰਦੇ ਆਪਾਂ, ਠੀਕ ਹੈ ਜੀ, ਇਹਨੂੰ ਜਨਰਲ ਰੈਜੀਨਲ ਡਾਇਰ ਕਹਿੰਦੇ ਆ। ਇਹ ਆਪਣੇ 50 ਗੋਰਖਾ ਸੈਨਿਕਾਂ ਦੇ ਨਾਲ ਉੱਥੇ ਪਹੁੰਚਦਾ ਤੇ ਬਿਨਾਂ ਕੋਈ ਉਹਨਾਂ ਨੂੰ ਚੇਤਾਵਨੀ ਦਿੱਤਿਆਂ ਕੀ ਕਰਦਾ ਜੀ, ਅੰਧਾ-ਧੁੰਦ ਗੋਲੀਬਾਰੀ ਸ਼ੁਰੂ ਕਰ ਦਿੰਦਾ ਹੈ। ਤੇ ਜਦੋਂ ਗੋਲੀਬਾਰੀ ਸ਼ੁਰੂ ਕਰ ਦਿੰਦਾ ਰਾਜੇ, ਲੋਕ ਆਪਣੀ ਜਾਨ ਬਚਾਉਣ ਵਾਸਤੇ ਕੀ ਕਰਦੇ ਨੇ ਰਾਜੇ, ਭੱਜਦੇ ਨੇ, ਹਨਾ। ਤੇ ਲਗਭਗ 10 ਮਿੰਟ ਲਗਾਤਾਰ ਗੋਲੀਬਾਰੀ ਚੱਲਦੀ ਹੈ, ਤੇ ਉਹ ਗੋਲੀਬਾਰੀ ਉਦੋਂ ਬੰਦ ਹੁੰਦੀ ਜਦੋਂ ਪੂਰਾ ਬਰੂਦ ਮੁੱਕ ਜਾਂਦਾ। ਕਹਿਣ ਦਾ ਮਤਲਬ ਇਹ ਆਪਣੀ ਪੂਰੀ ਭੜਾਸ ਕੱਢਦਾ ਜਾਣ ਕੇ ਉਹਨਾਂ ਉੱਪਰ, ਹਨਾ, ਇੱਕ ਦਹਿਸ਼ਤ ਪਾਉਣੀ ਚਾਹੁੰਦਾ ਹੈ। ਤਾਂ ਲੋਕਾਂ ਨੇ ਜਾਨ ਬਚਾਉਣ ਵਾਸਤੇ ਰਾਜੇ ਪਾਰਕ ਦੇ ਵਿੱਚ ਜਿਹੜਾ ਖੂਹ ਸੀਗਾ ਉਹਦੇ ਵਿੱਚ ਛਲਾਂਗਾਂ ਮਾਰਤੀਆਂ, ਠੀਕ ਹੈ ਜੀ। ਕੁਛ ਨੇ ਦੀਵਾਰਾਂ ਟੱਪ ਲਈਆਂ, ਕੁਛ ਨੇ ਗੋਲੀਆਂ ਲੱਗ ਗਈਆਂ। ਤਾਂ ਕਹਿਣ ਦਾ ਮਤਲਬ ਜੇ ਆਪਾਂ ਦੇਖੀਏ, ਕਹਿੰਦੇ ਜੀ ਉਸ ਬਾਗ ਦੇ ਵਿੱਚ ਜਿਹੜਾ ਉਹ ਖੂਹ ਹੈ, ਉਸ ਖੂਹ ਦੇ ਵਿੱਚ 120 ਲਾਸ਼ਾਂ ਮਿਲੀਆਂ। ਕੁਛ ਅੰਕੜੇ ਵੱਖਰੇ ਵੱਖਰੇ ਨੇ ਇਤਿਹਾਸ ਦੇ ਵਿੱਚ, ਕੋਈ ਕਹਿੰਦਾ ਜੀ 1300 ਲੋਕਾਂ ਦੀ ਲਾਸ਼ਾਂ ਮਿਲੀਆਂ, ਕੋਈ ਕਹਿੰਦਾ ਜੀ ਇਹਦੇ ਵਿੱਚ 1500 ਦੀਆਂ ਮਿਲੀਆਂ। ਕਹਿਣ ਦਾ ਮਤਲਬ ਇਤਿਹਾਸ ਦੇ ਵਿੱਚ ਵੱਖਰੇ ਵੱਖਰੇ ਬੰਦਿਆਂ ਦਾ ਜ਼ਿਕਰ ਆਉਂਦਾ, ਵੱਖਰੀ ਵੱਖਰੀਆਂ ਕੀ ਨੇ, ਅੰਕੜੇ ਨੇ। ਤਾਂ ਪੰਡਿਤ ਮਦਨ ਮੋਹਨ ਮਲਵਈਆ ਜੀ ਦੇ ਅਨੁਸਾਰ 1300 ਬੰਦੇ ਹੈ, ਸਵਾਮੀ ਸ਼ਾਰਦਾਨੰਦ ਦੇ ਅਨੁਸਾਰ 1500 ਜ਼ਿਆਦਾ ਬੰਦੇ ਮਾਰੇ ਗਏ ਆ, ਠੀਕ ਹੈ। ਤਾਂ 20 ਤੋਂ 25000 ਬੰਦਿਆਂ ਦਾ ਜ਼ਿਕਰ ਵੀ ਆਉਂਦਾ। ਕਹਿਣ ਦਾ ਮਤਲਬ ਬਹੁਤ ਜ਼ਿਆਦਾ ਕੀ ਹੋਇਆ, ਕਤਲੇਆਮ ਹੋਇਆ ਜਲਿਆਂਵਾਲੇ ਬਾਗ ਦੇ ਵਿੱਚ। ਹੁਣ ਅਗਰ ਆਪਾਂ ਗੱਲ ਕਰੀਏ ਰਾਜੇ, ਇਹਦੇ ਵਿੱਚ ਕਹਿੰਦਾ ਜੀ ਇਸ ਹੱਤਿਆਕਾਂਡ ਦੇ ਵਿਰੋਧ ਦੇ ਵਿੱਚ ਜਿਹੜੇ ਰਵਿੰਦਰਨਾਥ ਟੈਗੋਰ ਸੀਗੇ, ਉਹਨਾਂ ਨੇ ਆਪਣਾ ਇੱਕ ਨਾਈਟਹੁੱਡ ਦਾ ਜਿਹੜਾ ਉਪਾਧੀ ਸੀਗੀ, ਜਿਹਨੂੰ ਆਪਾਂ ਸਰਦੀ ਉਪਾਧੀ ਬੋਲਦੇ ਹਾਂ, ਇਹ ਸਰਕਾਰ ਨੇ ਦਿੱਤੀ ਸੀਗੀ। ਬਰਤਾਨਵੀ ਸਰਕਾਰ ਨੇ ਉਹ ਉਪਾਧੀ ਇਹਨਾਂ ਨੇ ਕੀ ਕਰਤੀ, ਮੋੜਤੀ ਰੋਸ ਵਜੋਂ, ਠੀਕ ਹੈ, ਰਵਿੰਦਰਨਾਥ ਟੈਗੋਰ ਨੇ। ਇਹ ਵੀ ਪੁੱਛਿਆ ਜਾਂਦਾ ਹੁੰਦਾ। ਤਾਂ ਕਹਿੰਦਾ ਜੀ ਇਸ ਖੂਨੀ ਸਾਕੇ ਦੀ ਯਾਦ ਦੇ ਵਿੱਚ ਇੱਕ ਸਮਾਰਕ ਬਣੀ ਹੋਈ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਆਜ਼ਾਦੀ ਦੀ ਲਾਡ ਕਹਿੰਦੇ ਹਾਂ, ਠੀਕ ਹੈ ਜੀ। ਤਾਂ ਇਹ ਬਣਵਾਈ ਗਈ ਸੀਗੀ 13 ਅਪ੍ਰੈਲ 1961 ਨੂੰ ਬਣਾਈ ਗਈ ਸੀਗੀ, ਠੀਕ ਹੈ। ਤਾਂ ਅੱਗੇ ਅਗਰ ਆਪਾਂ ਗੱਲ ਕਰੀਏ ਰਾਜੇ, ਹੁਣ ਇਸ ਘਟਨਾ ਦੇ ਜਿਹੜੇ ਦੋ ਮੁੱਖ ਦੋਸ਼ੀ ਕੌਣ ਨੇ, ਦੋ ਵਿਅਕਤੀ ਨੇ। ਇੱਕ ਤਾਂ ਹੈਗਾ ਜੀ ਮਾਈਕਲ ਓ ਡਾਇਰ, ਠੀਕ ਹੈ। ਮਾਈਕਲ ਓ ਡਾਇਰ ਕੌਣ ਹੈ, ਉਸ ਟਾਈਮ ਤੇ ਲੈਫਟੀਨੈਂਟ ਸੀਗਾ, ਲੈਫਟੀਨੈਂਟ ਗਵਰਨਰ ਸੀਗਾ ਪੰਜਾਬ ਦਾ। ਕਿਦੋਂ ਸੀਗਾ, 1913 ਤੋਂ ਲੈ ਕੇ 1919। ਜਿਹਨੂੰ ਬਾਅਦ ਚ ਕੌਣ ਮਾਰਦੇ ਨੇ, ਸਰਦਾਰ ਊਧਮ ਸਿੰਘ ਜੀ ਮਾਰਦੇ ਨੇ, ਕੈਸਟਲ ਹਾਲ ਲੰਡਨ ਦੇ ਵਿੱਚ ਇਹ ਬੰਦਾ ਮਰਦਾ, ਠੀਕ ਹੈ। ਇਹ ਮਤਲਬ ਕਿ ਕਹਿਣ ਦਾ ਮਤਲਬ ਉਸ ਟਾਈਮ ਤੇ ਕੌਣ ਸੀਗਾ, ਗਵਰਨਰ ਜਨਰਲ ਕਹਿ ਲਓ, ਲੈਫਟੀਨੈਂਟ ਗਵਰਨਰ ਕਹਿ ਲਓ ਪੰਜਾਬ ਦਾ ਸੀਗਾ, ਠੀਕ ਹੈ।
ਪਰ ਜਿਹੜਾ ਮੇਨ ਗੋਲੀ ਚਲਾਉਣ ਵਾਲਾ ਬੰਦਾ ਸੀਗਾ, ਦੇਖੋ ਆ ਹੈਗੀ ਇਹਦੀ ਫੋਟੋ, ਕਿਹੜਾ ਜਿਹੜਾ ਜਨਰਲ ਓ ਡਵਾਇਰ ਹੈ, ਠੀਕ ਹੈ। ਤਾਂ ਇੱਕ ਜਿਹੜਾ ਜਨਰਲ ਡਾਇਰ ਹੈਗਾ ਰਾਜੇ, ਉਹ ਕੌਣ ਸੀਗਾ? ਉਹ ਉਸ ਟਾਈਮ ਤੇ ਕਰਨਲ ਸੀਗਾ ਆਪਣਾ ਆਰਮੀ ਦੇ ਵਿੱਚ, ਜਨਰਲ ਕਹਿ ਲਓ, ਕਰਨਲ ਕਹਿ ਲਓ, ਠੀਕ ਹੈ ਜੀ। ਇਹਦਾ ਨਾਮ ਸੀਗਾ ਰੈਜੀਨਲਡ ਡਾਇਰ। ਇਹਦੀ ਫੋਟੋ ਮੈਂ ਤੁਹਾਨੂੰ ਦਿਖਾ ਦਿੰਦਾ। ਇਹ ਬੰਦਾ ਇਹ ਸੀਗਾ ਆਰਮੀ ਵਾਲਾ, ਠੀਕ ਹੈ। ਦੋਨੇ ਬੰਦੇ ਵੱਖਰੇ ਵੱਖਰੇ ਨੇ, ਡਾਇਰ ਕਰਕੇ ਆਪਾਂ ਨੂੰ ਕੀ ਹੋ ਜਾਂਦਾ, ਭੁਲੇਖਾ ਪੈ ਜਾਂਦਾ। ਤਾਂ ਇਹ ਬੰਦਾ ਤਾਂ ਚਲੋ ਆਪਣੇ ਕਿਸੇ ਕਾਰਨਾਂ ਕਰਕੇ ਹੀ ਮਰ ਗਿਆ ਸੀ, ਬਿਮਾਰੀ ਦੇ ਕਰਕੇ, ਬਟ ਜਿਹੜਾ ਮੇਨ ਮਾਰਿਆ ਜਿਹੜਾ ਬੰਦਾ, ਉਹ ਅਗਲਾ ਬੰਦਾ ਹੈ, ਠੀਕ ਹੈ। ਤਾਂ ਕਹਿੰਦੇ ਜੀ ਜਲਿਆਂਵਾਲੇ ਬਾਗ ਦੇ ਜਿਹੜੇ ਸ਼ਹੀਦਾਂ ਦਾ ਖੂਨ ਦਾ ਬਦਲਾ 21 ਸਾਲ ਬਾਅਦ ਕੌਣ ਲੈਂਦਾ ਜੀ? ਸਰਦਾਰ ਊਧਮ ਸਿੰਘ, ਜਿਨ੍ਹਾਂ ਦਾ ਉਰਫ ਨਾਮ ਆਪਾਂ ਕਹਿੰਦੇ ਹਾਂ ਰਾਮ ਰਹੀਮ ਸਿੰਘ ਵੀ ਉਹਨਾਂ ਦਾ ਨਾਮ ਸੀਗਾ, ਤੇ ਸਰ ਮਾਈਕਲ ਉਡਵਾਇਰ ਨੂੰ ਮਾਰਦੇ ਆ। ਮਾਈਕਲ ਉਡਵਾਇਰ ਕੌਣ ਹੈ? ਜਿਹੜਾ ਕਿ ਲੈਫਟੀਨੈਂਟ ਗਵਰਨਰ ਸੀਗਾ। ਤਾਂ ਇਹਨੂੰ ਮਾਰਦੇ ਕਿੱਥੇ ਆ? ਕੈਂਗਸਟਨ ਹਾਲ ਲੰਡਨ ਵਿੱਚ 1940 ਵਿੱਚ ਮਾਰਦੇ ਆ, ਠੀਕ ਹੈ ਜੀ। ਤਾਂ 21 ਸਾਲ ਬਾਅਦ ਬਦਲਾ ਲਿਆ ਸ਼ਹੀਦ ਊਧਮ ਸਿੰਘ ਜੀ ਨੇ, ਤੇ ਬਾਅਦ ਵਿੱਚ ਉਹਨਾਂ ਨੂੰ ਕੀ ਹੋ ਗਈ ਸੀ ਕਿ ਫਾਂਸੀ ਹੋ ਗਈ ਸੀ, ਸ਼ਹੀਦ ਕਰ ਦਿੱਤਾ ਗਿਆ ਸੀ ਊਧਮ ਸਿੰਘ ਜੀ ਨੂੰ। ਤਾਂ ਇਹ ਸੀਗਾ ਜੀ ਅੱਜ ਦੀ ਕਹਾਣੀ, ਅੱਜ ਦਾ ਤੁਹਾਡੀਆਂ ਮੁੱਖ ਘਟਨਾਵਾਂ। ਇਹ ਤਿੰਨੇ ਘਟਨਾਵਾਂ ਬਹੁਤ ਇੰਪੋਰਟੈਂਟ ਨੇ ਤੁਹਾਡੇ ਐਗਜ਼ਾਮ ਵਾਸਤੇ ਵੀ ਤੇ ਆਪਣੇ ਇਤਿਹਾਸ ਵਾਸਤੇ ਵੀ। ਆਈ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਊਗੀ। ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ, ਤਾਂ ਜੋ ਤੁਹਾਡੇ ਜਿਹੜੇ ਕਮੈਂਟ ਹੈ, ਲਾਈਕ ਹੈ, ਸ਼ੇਅਰ ਹੈ, ਮੈਨੂੰ ਕੀ ਕਰਦੇ ਨੇ, ਬੂਸਟ ਅਪ ਕਰਦੇ ਨੇ ਤੇ ਨਵੀਆਂ ਨਵੀਆਂ ਵੀਡੀਓ ਲਿਆਉਣ ਵਾਸਤੇ ਮਜਬੂਰ ਕਰਦੇ ਨੇ। ਤਾਂ ਠੀਕ ਹੈ ਜੀ। ਤੇ ਬੈਲ ਆਈਕਨ ਜ਼ਰੂਰ ਨੱਪ ਲਿਆ ਕਰੋ ਤੇ ਆਲ ਤੇ ਕਲਿੱਕ ਕਰ ਲਿਆ ਕਰੋ ਰਾਜੇ। ਬਹੁਤ ਬੱਚੇ ਕਹਿੰਦੇ ਸਾਨੂੰ ਨੋਟੀਫਿਕੇਸ਼ਨ ਨਹੀਂ ਮਿਲਦਾ, ਆਲ ਤੇ ਕਲਿੱਕ ਕਰ ਲਿਓ, ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲੂਗੀ ਜਦੋਂ ਵੀ ਮੈਂ ਕੋਈ ਨਵੀਂ ਵੀਡੀਓ ਅਪਲੋਡ ਕਰੂੰਗਾ ਚੈਨਲ ਦੇ ਉੱਪਰ। ਤਾਂ ਸ਼ੁਕਰੀਆ ਜੀ, ਸਰਬਤ ਦਾ ਭਲਾ ਬਾਬਾ ਮਿਹਰ ਕਰੇ।